ਸ਼ਲੋਕ ਮਹਲਾ ਦੂਜਾ। ਦੂਜੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਇਹ ਸੂਹੀ ਦੀ ਵਾਰ ਦੇ ਵਿੱਚ 8ਵਾਂ ਸ਼ਲੋਕ ਉਚਾਰਨ ਕਰ ਰਹੇ ਹਨ। ਜਿਨਾ ਭਾਉ ਤਿਨ ਨਾਹੀ ਭਾਉ। ਇਹ ਭਾਈ ਜਿਨ੍ਹਾਂ ਮਨੁੱਖਾਂ ਨੂੰ ਪਰਮੇਸ਼ਰ ਦਾ ਡਰ ਹੈ ਉਹਨਾਂ ਨੂੰ ਯਮ ਆਦਿਕਾਂ ਦਾ ਕੋਈ ਡਰ ਨਹੀਂ ਰਹਿੰਦਾ, ਕਿਉਂਕਿ ਇਹ ਇੱਕ ਨਿਰਮਲ ਭਾਵ ਹੈ। ਜਿਸ ਇਨਸਾਨ ਨੂੰ ਪਰਮਾਤਮਾ ਦਾ ਹੀ ਡਰ ਨਹੀਂ ਹੈ ਉਹ ਕਦੀ ਵੀ ਪ੍ਰਭੂ ਦਾ ਨਾਮ ਨਹੀਂ ਜਪ ਸਕਦਾ, ਪਾਪਾਂ ਤੋਂ ਨਹੀਂ ਬਚ ਸਕਦਾ, ਔਗਣਾ ਵਿਕਾਰਾਂ ਤੋਂ ਆਪਣਾ ਬਚਾਅ ਨਹੀਂ ਕਰ ਸਕਦਾ, ਕਦੀ ਉਹ ਨਿਤਨੇਮ ਭਜਨ ਬੰਦਗੀ ਨਹੀਂ ਕਰ ਸਕਦਾ, ਸੇਵਾ ਸਿਮਰਨ ਦੇ ਵਿੱਚ ਜੁੜ ਨਹੀਂ ਸਕਦਾ। ਜਿਸ ਬੱਚੇ ਨੂੰ ਆਪਣੇ ਮਾਂ ਪਿਓ ਦਾ ਡਰ ਹੀ ਨਹੀਂ ਉਹ ਬੱਚੇ ਵਿਗੜ ਜਾਂਦੇ ਨੇ। ਜੋ ਮਾਂ ਪਿਓ ਦੀ ਛਤਰ ਛਾਇਆ ਹੇਠ ਪਲਦੇ ਨੇ, ਮਾਂ ਪਿਓ ਧਿਆਨ ਦੇ ਨਾਲ ਪਰਵਰਿਸ਼ ਕਰਦੇ ਨੇ, ਉਹ ਬੱਚੇ ਵੱਡੇ ਹੋ ਕੇ ਤਰੱਕੀ ਕਰਦੇ ਹਨ। ਇੰਝ ਹੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਰਿਆਦਾ ਵਿੱਚ ਰਹਿੰਦੇ ਨੇ ਅਤੇ ਹਮੇਸ਼ਾ ਡਰਦੇ ਰਹਿੰਦੇ ਨੇ ਕਿ ਗੁਰੂ ਸਾਨੂੰ ਪੁੱਛੇਗਾ ਜੇ ਅਸੀਂ ਵਜਰ ਕੁਰੈਤ ਕੀਤੀ। ਹਮੇਸ਼ਾ ਹੀ ਪੰਜਾਂ ਪਿਆਰਿਆਂ ਦਾ, ਗੁਰੂ ਗੋਬਿੰਦ ਸਿੰਘ ਜੀ ਦਾ, ਵਾਹਿਗੁਰੂ ਜੀ ਦਾ, ਸਾਧ ਸੰਗਤ ਦਾ ਡਰ ਰੱਖਦੇ ਨੇ। ਉਹ ਕਦੀ ਝੂਠ ਨਹੀਂ ਬੋਲਦੇ, ਕਦੀ ਔਗਣ ਵਿਕਾਰਾਂ ਦੇ ਵਿੱਚ ਨਹੀਂ ਖਚਤ ਹੁੰਦੇ, ਕਦੀ ਗਲਤ ਜਗ੍ਹਾ 'ਤੇ ਕੰਮ ਤਾਂ ਕੀ ਕਰਨਾ ਖੜ੍ਹਦੇ ਵੀ ਨਹੀਂ ਵੀ ਕਿਸੇ ਵੇਖ ਲਿਆ। ਸਿੱਧੀ ਸ਼ਿਕਾਇਤ ਗੁਰਦੁਆਰੇ ਜਾਊਗੀ, ਸਾਡੀ ਪੁੱਛ ਗਿੱਛ ਹੋਵੇਗੀ, ਭਾਈ ਤੇਰਾ ਉੱਥੇ ਕੀ ਕੰਮ ਸੀ। ਤੋ ਇਸ ਲਈ ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ। ਜਿਨ੍ਹਾਂ ਦੇ ਮਨ ਦੇ ਵਿੱਚ ਵਾਹਿਗੁਰੂ ਜੀ ਦਾ ਡਰ ਵਸ ਜਾਂਦਾ ਹੈ ਉਹੀ ਪਿਆਰ ਦੇ ਨਾਲ ਨਾਮ ਜਪ ਸਕਦੇ ਨੇ, ਸੇਵਾ ਸਿਮਰਨ ਕਰ ਸਕਦੇ ਨੇ। ਜਿਹਨੂੰ ਡਰ ਨਹੀਂ ਹੈ ਉਹ ਕੁਛ ਨਹੀਂ ਕਰ ਸਕਦਾ। ਜਿਹੜਾ ਇਨਸਾਨ ਮੌਤ ਤੋਂ ਅਤੇ ਰੱਬ ਤੋਂ ਡਰਦਾ ਉਹ ਕਦੀ ਨਰਕਾਂ ਦੇ ਵਿੱਚ ਨਹੀਂ ਬਹਿੰਦਾ। ਗੁਰਬਾਣੀ ਦੇ ਵਿੱਚ ਸਿਰਫ 2 ਗੱਲਾਂ ਦਾ ਚਿੰਤਨ ਕਰਵਾਇਆ ਗਿਆ ਹੈ, ਇੱਕ ਮੌਤ ਦਾ ਅਤੇ ਇੱਕ ਪਰਮਾਤਮਾ ਦਾ। ਜਿਹਨੂੰ ਪਤਾ ਵੀ ਮੈਂ ਮਰ ਜਾਣਾ ਅਤੇ ਮਰ ਕੇ ਜਾਨ ਰੱਬ ਨੂੰ ਦੇਣੀ ਹੈ, ਡਰ ਕੇ ਫਿਰ ਆਪੇ ਭਜਨ ਕਰੇਗਾ। ਸਤਿਗੁਰੂ ਜੀ ਨੇ ਆਖਿਆ ਨਰ ਅਚੇਤ ਪਾਪ ਤੇ ਡਰ ਰਹੇ। ਜਾਂ ਅਚੇਤ 'ਤੇ ਜੇ ਵਿਸ਼ਰਾਮ ਲਾਈਏ ਤਾਂ ਅਰਥ ਇਉਂ ਬਣਦਾ ਹੈ ਕਿ ਹੇ ਮਨੁੱਖਾ ਤੂੰ ਅਚੇਤ ਹੈ, ਮਤਲਬ ਅਗਿਆਨ ਦੇ ਵਿੱਚ ਹੈ। ਪਾਪਾਂ ਤੋਂ ਕਿਉਂ ਨਹੀਂ ਡਰਦਾ? ਪਾਪ ਤੇ ਡਰ ਰੇ ਹੇ ਮਨੁੱਖਾ ਅਗਿਆਨੀਆਂ, ਹੇ ਅਚੇਤ ਤੂੰ ਪਾਪਾਂ ਤੋਂ ਡਰ। ਜੇ ਵਿਸ਼ਰਾਮ ਲਈਏ ਨਰ ਤੇ ਨਰ, ਹੇ ਮਨੁੱਖਾ ਅਚੇਤ ਪਾਪ ਤੇ ਡਰ, ਅਚਨਚੇਤ ਵੀ ਪਾਪ ਨਾ ਹੋ ਜਾਏ ਉਹਦੇ ਤੋਂ ਵੀ ਡਰ। ਸੋ ਇਸ ਵਾਸਤੇ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜੀ ਉਹ ਮਥਨ ਮਾਧਾਣੀ ਆ ਅਤੇ ਉਹ ਮਥੇ ਧਰਮ ਰਾਏ। ਕਈ ਕਹਿੰਦੇ ਕੋਈ ਧਰਮ ਰਾਜਾ ਨਹੀਂ ਹੈ, ਕੋਈ ਨਰਕ ਨਹੀਂ, ਕੋਈ ਸਵਰਗ ਨਹੀਂ। ਸਾਧ ਸੰਗਤ ਜੀਓ, ਗੁਰਬਾਣੀ ਸਾਡਾ ਗੁਰੂ ਹੈ। ਗੁਰਬਾਣੀ ਦੇ ਵਿੱਚ ਨਰਕਾਂ ਦਾ ਵੀ ਜ਼ਿਕਰ ਹੈ, ਸਵਰਗਾਂ ਦਾ ਵੀ ਜ਼ਿਕਰ ਹੈ ਅਤੇ ਧਰਮ ਰਾਜੇ ਦਾ ਤਾਂ ਵਿਸ਼ੇਸ਼ ਤੌਰ 'ਤੇ ਜ਼ਿਕਰ ਹੈ। ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਦੂਜਾ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਉਹਨੂੰ ਹੁਕਮ ਹੈ ਕਿ ਜਿਹੜੇ ਦਵੈਤ ਭਾਵ ਦੇ ਵਿੱਚ ਖਚਤ ਨੇ, ਹੇ ਧਰਮ ਰਾਜਾ ਤੇਰੀ ਉਹਨਾਂ 'ਤੇ ਸਰਕਾਰ ਹੋਵੇਗੀ। ਸੋ ਉਹਨੇ ਲੇਖਾ ਪੁੱਛਣਾ ਹੈ। ਲੇਖਾ ਲੇਵੈ ਤਿਲ ਜਿਉਂ ਪੀੜੀ, ਪਾਪੀਆਂ ਵਾਸਤੇ ਤਾਂ ਉਹ ਯਮਦੂਤ ਹੈ ਅਤੇ ਗੁਰਮੁਖਾਂ ਵਾਸਤੇ ਉਹ ਧਰਮ ਰਾਜਾ ਹੈ। ਇਸ ਲਈ ਜਿਹੜਾ ਪਰਮਾਤਮਾ ਤੋਂ ਡਰਦਾ ਹੈ ਉਹਦਾ ਧਰਮ ਰਾਜੇ ਦਾ ਡਰ
ਯਮ ਦੂਤਾਂ ਦਾ ਡਰ ਖਤਮ ਹੋ ਜਾਂਦਾ ਹੈ। ਸਤਿਗੁਰੂ ਜੀ ਦਾ ਫਰਮਾਨ ਹੈ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੋ ਨਹਿ ਛੁਟੈ ਨਿਕਟ ਨਾ ਜਾਈਓ ਦੂਤ। ਇਹ ਯਮਦੂਤੋ ਧਰਮ ਰਾਜਾ ਆਪਦੇ ਦੂਤਾਂ ਨੂੰ ਹੁਕਮ ਕਰਦਾ ਹੈ ਕਿ ਜਿੱਥੇ ਸਾਧੂ ਹੋਣ, ਗੋਬਿੰਦ ਦਾ ਭਜਨ ਕਰਦੇ ਹੋਣ, ਤੁਸੀਂ ਉਹਨਾਂ ਦੇ ਪਾਸ ਨਹੀਂ ਜਾਣਾ। ਭਾਵ ਸਾਡਾ ਤਾਂ ਪਾਪੀਆਂ ਦੇ ਨਾਲ ਹੀ ਹੈ, ਗੁਰਮੁਖਾਂ ਦੇ ਨਾਲ ਸਾਡਾ ਕੋਈ ਉਹਨਾਂ ਦਾ ਲੈਣ ਦੇਣ ਨਹੀਂ, ਕੋਈ ਅਸੀਂ ਉਹਨਾਂ ਤੋਂ ਲੇਖਾ ਨਹੀਂ ਲੈ ਸਕਦੇ। ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝ। ਜਿਹੜਾ ਗੁਰੂ ਘਰ ਬਖਸ਼ਿਆ ਜਾਂਦਾ, ਧਰਮ ਰਾਜੇ ਦੀ ਕਚਹਿਰੀ ਵਿੱਚ ਮਹਾਰਾਜ ਇੱਥੋਂ ਹੀ ਕਾਗਜ਼ ਪੜਵਾ ਕੇ ਸੁਟਵਾ ਦਿੰਦੇ ਨੇ, ਉਹਨਾਂ ਦਾ ਲੇਖਾ ਜੋਖਾ ਖਤਮ ਹੋ ਜਾਂਦਾ। ਇਉਂ ਜਿਹੜਾ ਗੁਰੂ ਤੋਂ ਡਰਦਾ ਉਹਦਾ ਧਰਮ ਰਾਜੇ ਦਾ ਡਰ ਖਤਮ ਹੋ ਜਾਂਦਾ। ਡੱਡਾ ਡਰ ਉਪਜੇ ਡਰ ਜਾਈ। ਜੋ ਪਰਮਾਤਮਾ ਦਾ ਡਰ ਹੈ, ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਦਬ ਕਰਨਾ, ਸਤਿਕਾਰ ਕਰਨਾ ਮਨੁੱਖ ਦੇ ਹਿਰਦੇ ਵਿੱਚ ਪੈਦਾ ਹੋ ਜਾਏ ਤਾਂ ਡਰ ਜਾਈ, ਯਮਦੂਤਾਂ ਦਾ ਡਰ ਚਲਿਆ ਜਾਂਦਾ ਹੈ। ਤਾਂ ਡਰ ਮੈਂ ਡਰ ਰਹਿਆ ਸਮਾਈ, ਤਾਂ ਦੁਨੀਆ ਵਾਲਾ ਡਰ ਦਿਲੋਂ ਦੂਰ ਹੋ ਜਾਂਦਾ ਅਤੇ ਉਸ ਡਰ ਦੇ ਵਿੱਚ ਦੁਨੀਆ ਵਾਲਾ ਡਰ ਮੁੱਕ ਜਾਂਦਾ। ਪਰ ਜੇ ਮਨੁੱਖ ਪ੍ਰਭੂ ਦਾ ਡਰ ਮਨ ਵਿੱਚ ਨਾ ਵਸਾਏ ਤਾਂ ਦੁਨੀਆ ਵਾਲਾ ਡਰ ਮੁੜ ਆ ਚੰਬੜਦਾ ਹੈ। ਜਾਓ ਡਰ ਡਰੈ ਤਾਂ ਫਿਰ ਡਰ ਲਾਗੈ। ਪ੍ਰਭੂ ਦਾ ਡਰ ਹਿਰਦੇ ਵਿੱਚ ਵਸਾ ਕੇ ਜਿਹੜਾ ਮਨੁੱਖ ਨਿਰਭਉ ਹੋ ਗਿਆ ਹੈ, ਜਦ ਪ੍ਰਾਣੀ ਪ੍ਰਭੂ ਦੇ ਭੈ ਨੂੰ ਛੱਡ ਦਿੰਦਾ ਤਦ ਉਹਨੂੰ ਹੋਰ ਡਰ ਆ ਕੇ ਚੰਬੜ ਜਾਂਦਾ। ਨਿਡਰ ਹੁਆ ਡਰ ਉਰ ਹੋਏ ਭਾਗੈ। ਉਹਦੇ ਮਨ ਦਾ ਜੋ ਵੀ ਸਹਿਮ ਹੈ ਉਹ ਸਭ ਨੱਸ ਜਾਂਦਾ। ਜੇਕਰ ਉਹ ਡਰ ਰਹਿਤ ਹੋ ਜਾਏ ਤਾਂ ਉਸ ਦੇ ਮਨ ਦਾ ਡਰ ਭੱਜ ਜਾਂਦਾ ਹੈ। ਤੋ ਇਸ ਲਈ ਹਮੇਸ਼ਾ ਹੀ ਗੁਰੂ ਗ੍ਰੰਥ ਸਾਹਿਬ ਜੀ ਤੋਂ, ਦਸਾਂ ਪਾਤਸ਼ਾਹੀਆਂ ਤੋਂ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਗੁਰਬਾਣੀ ਨਿਰੰਕਾਰ ਤੋਂ, ਰੱਬ ਜੀ ਤੋਂ ਡਰ ਕੇ ਰਹਿਣਾ ਹੈ। ਅੱਜ ਕੱਲ੍ਹ ਨਵਾਂ ਹੀ ਕੰਮ ਚੱਲ ਪਿਆ, ਜਿਹੜਾ ਵੀ ਮੂੰਹ ਚੁੱਕਦਾ ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰਨ ਵਾਸਤੇ ਗੁਰਦੁਆਰੇ ਆਉਣ ਵੜਦਾ ਹੈ। ਮੂਰਖ ਬੰਦਿਆਂ ਦਾ ਹੀ ਕੰਮ ਹੈ। ਸੋ ਇਸ ਵਾਸਤੇ ਗੁਰੂ ਘਰ ਦੇ ਵਿੱਚ ਤਾਂ ਹਮੇਸ਼ਾ ਹੀ ਦਰਵਾਜ਼ੇ ਜੰਦਰੇ ਖੁੱਲ੍ਹੇ ਰਹਿੰਦੇ ਨੇ ਕਿ ਭਗਤੀ ਭਾਵ ਵਾਲੀਆਂ ਸੰਗਤਾਂ ਉਹ ਨਮਸਕਾਰ ਕਰਨ, ਕਿਸੇ ਨੂੰ ਵਿਘਨ ਨਾ ਪਏ। ਕਿਉਂਕਿ ਜਿਹੜੇ ਪਾਪੀ ਹੁੰਦੇ ਨੇ, ਔਗਣਾ ਵਾਲੇ ਹੁੰਦੇ, ਡਰ ਉਹਨਾਂ ਨੂੰ ਹੁੰਦਾ। ਗੁਰੂ ਘਰ ਕੋਈ ਖਾਸ ਸਿਕਿਉਰਿਟੀ ਜਾਂ ਪਹਿਰਾ ਨਾ ਹੋਣ ਕਰਕੇ ਮੂਰਖ ਲੋਕਾਂ ਦਾ ਉਹਨਾਂ ਦਾ ਕੰਮ ਚੱਲ ਜਾਂਦਾ ਅਤੇ ਉਹ ਮਹਾਰਾਜ ਸੱਚੇ ਪਾਤਸ਼ਾਹ ਜੋ ਸਰਬੱਤ ਦੇ ਭਲਾ ਲੋਚਦੇ ਨੇ ਉਹਨਾਂ ਦੀ ਬੇਅਦਬੀ ਕਰ ਦਿੰਦੇ। ਇਹ ਕੰਮ ਬੰਦ ਹੋਣਾ ਚਾਹੀਦਾ। ਅਰੇ ਇੰਨੀ ਤਗੜੀ ਸਜ਼ਾ ਹੋਣੀ ਚਾਹੀਦੀ ਸਰਕਾਰ ਵੱਲੋਂ ਕਿ ਜਿਹੜਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਕਰੇ ਉਹ ਸਾਰੀ ਉਮਰ ਹੀ ਜੇਲ੍ਹ ਦੇ ਵਿੱਚ ਡੱਕਿਆ ਰਹੇ, ਤਾਂ ਕਿ ਉਹਨੂੰ ਪਤਾ ਚੱਲੇ ਕਿ ਗੁਰੂ ਮਹਾਰਾਜ ਦੀ ਬੇਅਦਬੀ ਕਿਵੇਂ ਕਰੀਦੀ ਹੈ। ਸਤਿਗੁਰੂ ਜੀ ਤੋਂ ਜਿਹੜਾ ਡਰਦਾ ਨਹੀਂ ਉਹ ਯਮਾਂ ਦੇ ਵਸ ਵਿੱਚ ਪੈਂਦਾ ਹੈ। ਮੁਝ ਭਾਉ ਨੇ ਭਵਿਆ। ਜਿਨ੍ਹਾਂ ਮਨੁੱਖਾਂ ਨੂੰ ਪਰਮੇਸ਼ਰ ਦਾ ਭੈ ਹੈ ਉਹਨਾਂ ਨੂੰ ਯਮ ਆਦਿਕਾਂ ਦਾ ਕੋਈ ਡਰ ਨਹੀਂ ਰਹਿੰਦਾ। ਜਿਹੜੇ ਰੱਬ ਦਾ ਭੈ ਨਹੀਂ ਰੱਖਦੇ ਉਹਨਾਂ ਨੇ ਭਵਿਆ ਨਿਡਰਿਆਂ ਤੋਂ ਜਾਂ ਭੈ ਤੋਂ ਰਹਿਤ ਮਨੁੱਖਾਂ ਨੂੰ, ਨਿਡਰਾਂ ਨੂੰ 7 ਪ੍ਰਕਾਰ ਦਾ ਬਹੁਤਾ ਭੈ ਬਣਿਆ ਰਹਿੰਦਾ। ਯਹ ਭੈ ਭੈ ਪਰਲੋਕ ਭੈ, ਜਨਮ ਵੇਦਨਾ ਜਾਤ, ਅਨ ਰੱਖਿਆ ਅਰ ਗੁਪਤ ਭੈ, ਅਕਸ ਮਾਤਰ ਭੈ ਸਾਧ। ਜਾਂ ਜੋ ਪਰਮੇਸ਼ਰ ਦੇ ਭੈ ਤੋਂ ਰਹਿਤ ਨੇ ਉਹਨਾਂ ਦਾ ਲੋਕ ਪਰਲੋਕ ਵਿੱਚ ਬਹੁਤਾ ਭੈ ਹੋਵੇਗਾ। ਯਮਾਂ ਦਾ ਬਹੁਤ ਉਹਨਾਂ ਨੂੰ ਡਰ ਹੋਵੇਗਾ। ਨਾਨਕੇਹੁ ਪਟੰਤਰਾ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਜੋ ਪਟੰਤਰਾ ਨਿਰਣਾ
ਜਾਂ ਪਟ ਅੰਦਰ ਅੰਦਰਲਾ ਭੇਦ। ਤਿਤ ਦੀਵਾਨ ਗਿਆ ਫਿਰ ਪਰਮੇਸ਼ਰ ਦੀ ਕਚਹਿਰੀ ਦੇ ਵਿੱਚ ਗਿਆ ਹੀ ਖੁੱਲ੍ਹਦਾ, ਭਾਵ ਉੱਥੇ ਜਾ ਕੇ ਹੀ ਪਤਾ ਲੱਗਦਾ ਕਿ ਜੋ ਇੱਥੇ ਪਰਮੇਸ਼ਰ ਦੇ ਭੈ ਤੋਂ ਬਿਨਾਂ ਨਿਡਰੇ ਤੁਰੇ ਫਿਰਦੇ ਨੇ ਉਹਨਾਂ ਨੂੰ ਯਮ ਭੈ ਦਿੰਦੇ ਨੇ, ਅਤੇ ਜੋ ਇੱਥੇ ਰੱਬੀ ਭੈ ਦੇ ਸੰਯੁਕਤ ਹਨ ਉਹਨਾਂ ਨੂੰ ਸੱਚਖੰਡ ਵਿੱਚ ਵਾਸਾ ਮਿਲਦਾ, ਜਾਂ ਸਤਸੰਗਤ ਰੂਪ ਦੀਵਾਨ ਵਿੱਚ ਜਾ ਕੇ ਅੰਦਰਲਾ ਅਗਿਆਨ ਆਦਿ ਦਾ ਭੇਦ ਖੁੱਲ੍ਹਦਾ ਹੈ। ਮਹਲਾ ਦੂਜਾ। ਦੂਜੇ ਪਾਤਸ਼ਾਹ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ, ਤੁਰਦੇ ਕਉ ਤੁਰਦਾ ਮਿਲੈ। ਹੇ ਭਾਈ, ਜਿਵੇਂ ਕਿਸੇ ਤੁਰਦੇ ਹੋਏ ਮਨੁੱਖ ਨੂੰ ਕੋਈ ਤੁਰਦਾ ਹੋਇਆ ਆਦਮੀ ਮਿਲ ਜਾਂਦਾ ਹੈ। ਉਡਤੇ ਕਉ ਉਡਤਾ। ਉੱਡਦੇ ਹੋਏ ਪੰਛੀਆਂ ਨੂੰ ਉੱਡਦਾ ਹੋਇਆ ਪੰਛੀ ਮਿਲ ਜਾਂਦਾ ਹੈ। ਜੀਵਤੇ ਕਉ ਜੀਵਤਾ ਮਿਲੈ। ਜਿਉਂਦੇ ਪੁਰਸ਼ ਨੂੰ ਕੋਈ ਜਿਉਂਦਾ ਪੁਰਸ਼ ਮਿਲ ਜਾਂਦਾ ਹੈ। ਮੂਏ ਕਉ ਮੂਆ। ਅਤੇ ਮਰੇ ਹੋਏ ਨੂੰ ਮਰਿਆ ਹੋਇਆ ਮਿਲ ਪੈਂਦਾ, ਭਾਵ ਪਿੱਤਰਾਂ ਨੂੰ ਪਿੱਤਰ ਆਦਿਕ ਮਿਲ ਪੈਂਦੇ ਹਨ। ਜਿਵੇਂ ਸਤਿਗੁਰੂ ਨਾਨਕ ਦੇਵ ਜੀ ਨੇ ਸ਼ਰਾਧਾਂ ਦੀ ਵਿਰੋਧਤਾ ਕਰਦਿਆਂ ਹੋਇਆਂ ਆਸਾ ਦੀ ਵਾਰ ਵਿੱਚ ਇੱਕ ਸ਼ਲੋਕ ਉਚਾਰਿਆ। ਸ਼ਲੋਕ ਮਹੱਲਾ ਪਹਿਲਾ। ਜੇ ਮੋਹਕ ਕਾ ਘਰ ਮੋਹੈ, ਘਰ ਮੋਹਿ ਪਿਤਰੀ ਦੇ, ਅੱਗੇ ਵਸਤ ਸਿਆਣੀਐ, ਪਿਤਰੀ ਚੋਰ ਕਰੇ, ਵੱਢੀਆ ਹੱਥ ਦਲਾਲ ਕੇ, ਮੁਸਬੀ ਇਹ ਕਰੇ। ਸੋ ਨਾਨਕ ਅੱਗੇ ਸੋ ਮਿਲੈ, ਜੇ ਖੱਟੇ ਕਾਲੇ ਦੇ। ਇਹਦਾ ਭਾਵ ਗੁਰੂ ਸਾਹਿਬ ਨੇ ਇਹ ਲਿਆ ਹੈ ਕਿ ਜਿਹੜਾ ਚੋਰੀ ਕਰਕੇ, ਛਲ ਕਰਕੇ, ਫਰੇਬ ਕਰਕੇ, ਠੱਗੀ ਮਾਰ ਕੇ, ਮਲਕ ਭਾਗੋ ਦੀ ਤਰ੍ਹਾਂ ਗਰੀਬਾਂ ਦਾ ਖੂਨ ਚੂਸ ਕੇ ਯੱਗ ਲਾਉਂਦਾ ਹੈ, ਸਰਾਧ ਆਦਿਕਾਂ ਦੇ ਵਿੱਚ ਬ੍ਰਾਹਮਣਾਂ ਨੂੰ ਰੋਟੀ ਖਵਾਉਂਦਾ ਹੈ ਕਿ ਸਾਡੇ ਪਿਤਰਾਂ ਨੂੰ ਇਹ ਰੋਟੀ ਮਿਲੇਗੀ। ਅਤੇ ਮਹਾਰਾਜ ਕਹਿੰਦੇ ਜਿਨ੍ਹਾਂ ਦਾ ਚੋਰੀ ਹੋਇਆ ਉਹਨਾਂ ਦੇ ਪਿੱਤਰ ਵੀ ਅੱਗੇ ਬੈਠੇ ਨੇ, ਉਹ ਆਪਦੇ ਘਰ ਦੀ ਚੀਜ਼ ਪਹਿਚਾਣ ਲੈਣਗੇ ਵੀ ਇਹ ਤਾਂ ਸਾਡੇ ਨਿਆਣਿਆਂ ਦੀ ਚੀਜ਼, ਸਾਡੇ ਘਰ ਦੇ ਵਿੱਚੋਂ ਚੋਰੀ ਕਰਕੇ ਨੇ ਲੰਗਰ ਕੀਤਾ, ਉੱਥੇ ਪਹਿਚਾਣੇ ਜਾਊਗਾ ਸਾਰਾ ਕੁਛ, ਕਿਉਂਕਿ ਉੱਥੇ ਤਾਂ ਕੋਈ ਓਹਲਾ ਨਹੀਂ ਰਹਿੰਦਾ। ਅਤੇ ਇਸ ਲਈ ਮਹਾਰਾਜ ਕਹਿੰਦੇ ਨੇ ਵੀ ਹੱਕ ਹਲਾਲ ਦੀ ਕਮਾਈ ਦਾ ਪ੍ਰਸ਼ਾਦਾ ਆਪ ਛਕੋ ਅਤੇ ਦੂਜਿਆਂ ਨੂੰ ਵੀ ਹੱਕ ਦੀ ਕਮਾਈ ਦਾ ਖਵਾਓ। ਕਿਸੇ ਦਾ ਬੇੜਾ ਕਿਉਂ ਗਰਕ ਕਰਨਾ, ਹੱਡਾਂ 'ਚ ਹਰਾਮ ਕਿਉਂ ਪਾਉਣਾ, ਆਪਦਾ ਤਾਂ ਭਲਾ ਲੋਚਿਆ ਨਹੀਂ ਅਤੇ ਦੂਜਿਆਂ ਨੂੰ ਜਿਹੜੀ 2 ਨੰਬਰ ਦੀ ਕਮਾਈ ਦਾ ਪ੍ਰਸ਼ਾਦਾ ਛਕਾ ਕੇ ਉਹਨਾਂ ਦੀ ਕਮਾਈ ਵੀ ਖਤਮ ਕਰ ਦੇਣੀ। ਫਰੀਦ ਸਾਹਿਬ ਨੇ ਇਸੇ ਵਾਸਤੇ ਇਹ ਸਾਨੂੰ ਸਮਝਾਇਆ ਕਿ ਕਿਸੇ ਦੇ ਮਾਲਕ ਭਾਗੋ ਦੀ ਤਰ੍ਹਾਂ ਮਾਲ ਪੂੜੇ ਖੀਰ ਆਦਿ ਖਾਣ ਦੀ ਬਜਾਏ ਆਪਦੇ ਘਰ ਦਾ ਰੁੱਖਾ ਮਿੱਸਾ ਖਾ ਕੇ ਪਰਮਾਤਮਾ ਦਾ ਸ਼ੁਕਰ ਕਰੋ। ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਰੁੱਖੀ ਸੁੱਖੀ ਖਾਇਕ ਹੈ। ਰੁੱਖੀ ਸੁੱਖੀ ਦਾ ਮਤਲਬ ਇਹ ਨਹੀਂ ਵੀ ਘਰ ਦੇ ਵਿੱਚ ਦੁੱਧ ਹੋਵੇ, ਘਿਓ ਹੋਵੇ, ਮਲਾਈ ਹੋਵੇ ਅਤੇ ਆਪਾਂ ਰੁੱਖੀ ਨੂੰ ਹੀ ਮੱਥਾ ਮਾਰੀ ਜਾਈਏ। ਜੇ ਘਰ 'ਚ ਘਿਓ ਹੈ ਤਾਂ ਉਹਨੂੰ ਚੋਪੜ ਲਓ। ਇਹਦਾ ਮਤਲਬ ਇਹ ਨਹੀਂ ਵੀ ਚੋਪੜਨ ਤੋਂ ਬਗੈਰ, ਇਹਦਾ ਮਤਲਬ ਇਹ ਹੈ ਕਿ ਝੂਠ ਦੀ ਕਮਾਈ, ਛਲ ਦੀ ਕਮਾਈ ਦੀ ਰੋਟੀ ਇਹਦੇ ਤੋਂ ਅੰਗਰੇਜ਼ ਕਰਕੇ ਹੱਕ ਦੀ ਕਮਾਈ ਦੀ ਖਾਓ। ਰੁੱਖੀ ਸੁੱਖੀ ਦਾ ਮਤਲਬ ਹੱਕ ਹਲਾਲ ਦੀ ਕਮਾਈ। ਫਰੀਦਾ ਰੁੱਖੀ ਸੁੱਖੀ ਖਾਈ ਕੈ, ਠੰਡਾ ਪਾਣੀ ਪੀਓ। ਫਰੀਦਾ ਦੇਖ ਪਰਾਈ ਚੋਪੜੀ, ਨਾ ਤਰਸਾਏ ਜੀਓ। ਪਰਾਏ ਘਰ ਦੀ ਚੋਪੜੀ ਰੋਟੀ ਮਤਲਬ 2 ਨੰਬਰ ਦੀ ਕਮਾਈ ਦਾ ਜਦ ਉਹ ਸੁੱਖ ਲੈਂਦਾ। ਕਹਿੰਦੇ ਚੋਰ ਨੂੰ ਨੱਚਦਾ ਗਾਉਂਦਾ ਅਤੇ ਲੁੱਡੀਆਂ ਮਚਾਉਂਦਾ ਨਾ ਦੇਖੋ, ਚੋਰ ਨੂੰ ਕੁੱਟ ਪੈਂਦੀ ਵੇਖੋ। ਜੇ ਸਿੱਖਿਆ ਲੈਣੀ ਹੈ 100 ਦਿਨ ਚੋਰ ਦਾ ਅਤੇ 1 ਦਿਨ ਸਾਧ ਦਾ, ਫੜਿਆ ਤਾਂ ਜਾਊਗਾ ਹੀ। ਉਹਨੂੰ ਸਜ਼ਾ ਸੁਣਾਉਂਦੀਆਂ ਦੇਖੋ। ਇਸ ਵਾਸਤੇ ਇਹ ਮਤਾ ਸੋਚੋ ਕਿ ਪਰਮਾਤਮਾ ਉਹਨਾਂ ਨੂੰ ਭੁੱਲਿਆ ਹੋਇਆ। ਰੱਬ ਸਭ ਨੂੰ ਦੇਖਦਾ ਹੈ, ਉਹ ਸਾਰਿਆਂ ਨੂੰ ਟਾਈਮ ਦਿੰਦਾ। ਔਰੰਗਜ਼ੇਬ ਦਾ ਵੀ ਸਮਾਂ ਸੀਗਾ, ਜਦ ਸਮਾਂ ਮੁੱਕ ਗਿਆ
ਇਹ ਕੰਮ ਤਮਾਮ ਹੋ ਗਿਆ। ਜਫਰਨਾਮਾ ਪੜ੍ਹ ਕੇ ਹੀ ਮਰ ਗਿਆ। ਸ਼ਾਹਜਹਾਨ ਦਾ ਵੀ ਸਮਾਂ ਸੀ। ਅਤੇ ਇਸ ਤਰੀਕੇ ਦੇ ਨਾਲ ਸਮਾਂ ਪਰਮਾਤਮਾ ਸਭਨਾਂ ਨੂੰ ਦਿੰਦਾ ਕਿ ਕੀ ਕਰਦੇ ਹਨ। ਜਦ ਰੱਬ ਨੂੰ ਇਨਸਾਨ ਭੁੱਲ ਜਾਂਦਾ, ਫਿਰ ਇਹੋ ਜਿਹੀ ਮਾਰ ਮਾਰਦਾ ਕਿ ਬੰਦਾ ਲੱਭਿਆ ਵੀ ਨਹੀਂ ਲੱਭਦਾ, ਉਹਦਾ ਨਾਮੋ ਨਿਸ਼ਾਨ ਹੀ ਖਤਮ ਕਰ ਦਿੰਦਾ। ਇਸ ਵਾਸਤੇ ਸੋ ਪਾਤਸ਼ਾਹ ਫਰਮਾਉਂਦੇ ਨੇ ਕਿ ਮਰਿਆਂ ਨੂੰ ਮਰੇ ਮਿਲਦੇ ਨੇ। ਇਸੇ ਤਰ੍ਹਾਂ ਤੁਰਦੇ ਕਉ ਤੁਰਦਾ ਮਿਲੈ, ਤੁਰਦੇ ਹੋਏ ਕਰਮਕਾਂਡੀ ਨੂੰ ਤੁਰਦਾ ਹੋਇਆ ਭਾਵ ਤਨਕ ਮਾਤਰ ਸੁਖ ਪ੍ਰਾਪਤ ਹੁੰਦਾ ਹੈ, ਜਾਂ ਤੁਰਦੇ ਹੋਏ ਸਕਾਮੀਆਂ ਨੂੰ ਤੁਰਦਾ ਹੋਇਆ ਸਵਰਗ ਦਾ ਸੁੱਖ ਪ੍ਰਾਪਤ ਹੁੰਦਾ। ਮਤਲਬ ਜਿਹੜਾ ਸੁੱਖ ਚਲਿਆ ਜਾਂਦਾ ਉਹਨੂੰ ਤੁਰਦਾ ਕਿਹਾ ਹੈ, ਸਥਿਰ ਨਹੀਂ ਰਹਿੰਦਾ ਹੈ। ਉੱਡਤੇ ਕਉ ਉੱਡਤਾ ਮਿਲੇ, ਉੱਡਦੇ ਹੋਏ ਉਪਾਸ਼ਕ ਲੋਕਾਂ ਨੂੰ ਉੱਡਦਾ ਭਾਵ ਬ੍ਰਹਮ ਲੋਕ ਦਾ ਸੁੱਖ ਪ੍ਰਾਪਤ ਹੋ ਜਾਂਦਾ ਹੈ। ਜੀਵਤੇ ਕਉ ਜੀਵਤਾ ਮਿਲੈ, ਉੱਡਦੇ ਕੋ ਉੱਡਤਾ, ਉੱਡਦੇ ਨੂੰ ਉੱਡਦਾ ਮਿਲਦਾ ਭਾਵ ਉਪਾਸ਼ਕ ਲੋਕਾਂ ਨੂੰ ਬ੍ਰਹਮ ਲੋਕ ਦਾ ਸੁੱਖ ਪ੍ਰਾਪਤ ਹੋ ਜਾਂਦਾ। ਜਿਉਂਦੇ ਭਾਵ ਜੀਵਨ ਮੁਕਤੀ ਵਾਲਿਆਂ ਨੂੰ ਜੀਵਨ ਮੁਕਤੀ ਮਿਲ ਜਾਂਦੀ ਹੈ। ਮੂਏ ਕਉ ਮੂਆ, ਜੋ ਸੰਸਾਰ ਨੂੰ ਮਿਥਿਆ ਜਾਣ ਕੇ ਸੰਸਾਰ ਵੱਲੋਂ ਮਰੇ ਹੋਏ ਨੇ, ਉਹਨਾਂ ਨੂੰ ਵਧੇ ਮੁਕਤੀ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ। ਇਸੇ ਤਰ੍ਹਾਂ ਜੀਵਤੇ ਕਉ ਜੀਵਤਾ ਮਿਲੈ। ਹੇ ਮਹਾਰਾਜ ਜੀ, ਸੋ ਜਿਹੜੇ ਬ੍ਰਹਮ ਗਿਆਨੀ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਨੇ, ਉਹਨਾਂ ਦੇ ਪੰਜਾਂ ਤੱਤਾਂ ਵਾਲੇ ਸਰੀਰ ਦੀ ਅੰਤ ਨੂੰ ਕੀ ਹਾਲਤ ਹੁੰਦੀ ਹੈ, ਆਪ ਜੀ ਕਿਰਪਾ ਕਰਕੇ ਦੱਸੋ। ਤਾਂ ਸਾਹਿਬ ਫਰਮਾਉਂਦੇ ਨੇ ਤੁਰਦੇ ਕਉ ਤੁਰਦਾ ਮਿਲੈ। ਇਹ ਭਾਈ ਤੁਰਨ ਵਾਲਾ ਪਾਣੀ ਜਿਹੜਾ ਤੱਤ ਹੈ, ਤੁਰਦੇ ਹੋਏ ਪਾਣੀ ਨੂੰ ਜਾ ਮਿਲਦਾ ਹੈ। ਉੱਡਤੇ ਕਉ ਉੱਡਤਾ, ਉੱਡਣ ਵਾਲੀ ਜਿਹੜੀ ਪੌਣ ਹੈ ਇਹ ਉੱਡ ਕੇ ਪੌਣ ਦੇ ਵਿੱਚ ਮਿਲ ਜਾਂਦੀ ਹੈ। ਜੀਵਤੇ ਕਉ ਜੀਵਤਾ ਮਿਲੈ। ਜੀਵਤੇ ਭਾਵ ਅਗਨੀ ਤੱਤ ਨੂੰ ਜੀਵਤਾ ਭਾਵ ਅਗਨੀ ਤੱਤ ਮਿਲ ਜਾਂਦਾ ਹੈ। ਮੂਏ ਕਉ ਮੂਆ, ਅਤੇ ਮੂਏ ਭਾਵ ਪ੍ਰਿਥਵੀ ਤੱਤ ਨੂੰ ਪ੍ਰਿਥਵੀ ਤੱਤ ਮਿਲ ਜਾਂਦਾ ਹੈ। ਇਵੇਂ ਹੀ ਆਕਾਸ਼ ਤੱਤ ਜਾਣ ਲੈਣਾ। ਇਸ ਪ੍ਰਕਾਰ ਬ੍ਰਹਮ ਗਿਆਨੀ ਵਾਹਿਗੁਰੂ ਦੇ ਸਰੂਪ ਦੇ ਵਿੱਚ ਮਿਲ ਜਾਂਦੇ ਨੇ, ਅਤੇ ਜਿਹੜੇ ਤੱਤ ਨੇ ਉਹ ਸੂਖਮ ਸਰੀਰ ਜਾਂ ਸਥੂਲ ਸਰੀਰ ਦੇਣ ਦਾ ਕਾਰਨ ਨਹੀਂ ਬਣਦੇ। ਨਾਨਕ ਸੋ ਸਾ ਲਾਹੀਐ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ, ਇਸ ਕਰਕੇ ਹੀ ਭਾਈ ਉਸ ਪਰਮੇਸ਼ਰ ਨੂੰ ਹੀ ਸਲਾਹੁਣਾ ਕਰੀਏ ਜਿਨ ਕਾਰਨ ਕੀਆ, ਜਿਨ੍ਹੇ ਸਭ ਕਾਰਨ ਸੰਸਾਰ ਪੈਦਾ ਕੀਤਾ ਹੈ। ਪੌੜੀ ਪੌੜੀ ਇਹ ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੀ ਹੈ, ਕਿਉਂਕਿ ਸੂਹੀ ਕੀ ਵਾਰ ਸੂਹੀ ਕੀ ਮਹੱਲਾ ਤੀਜਾ, ਇਹ ਤੀਜੇ ਪਾਤਸ਼ਾਹ ਦੀ ਵਾਰ ਹੈ ਅਤੇ ਵਾਰ ਨਾਮ ਹੈ ਪੌੜੀਆਂ ਦਾ। ਸਤਿਗੁਰੂ ਅਮਰਦਾਸ ਸਾਹਿਬ ਫਰਮਾਉਂਦੇ ਨੇ ਸੱਚ ਧਿਆਇਨ ਸੇ ਸੱਚੇ, ਜੋ ਸੱਚੇ ਪਰਮੇਸ਼ਰ ਨੂੰ ਧਿਆਉਂਦੇ ਨੇ ਉਹ ਸੱਚ ਸਰੂਪ ਦੇ ਵਿੱਚ ਮਿਲ ਕੇ ਸੱਚ ਸਰੂਪ ਹੀ ਹੋ ਜਾਂਦੇ ਹਨ। ਗੁਰ ਸ਼ਬਦ ਵਿਚਾਰੀ, ਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਵਿਚਾਰ ਦੁਆਰਾ ਜੋ ਸੱਚੇ ਪਰਮੇਸ਼ਰ ਨੂੰ ਧਿਆਉਂਦੇ ਉਹ ਸੱਚ ਸਰੂਪ ਦੇ ਵਿੱਚ ਮਿਲ ਕੇ ਸੱਚ ਸਰੂਪ ਹੀ ਹੋ ਜਾਂਦੇ ਹਨ। ਹਉਮੈ ਮਾਰ ਮਨ ਨਿਰਮਲਾ, ਉਹਨਾਂ ਨੇ ਹਉਮੈ ਹੰਗਤਾ ਨੂੰ ਮਾਰ ਕੇ ਆਪਣਾ ਮਨ ਆਪਣਾ ਹਿਰਦਾ ਉਜਲ ਕਰ ਲਿਆ ਹੈ। ਹਰਿ ਨਾਮ ਉਰ ਧਾਰੀ, ਹਰੀ ਪਰਮੇਸ਼ਰ ਦਾ ਨਾਮ ਆਪਣੇ ਹਿਰਦੇ ਵਿੱਚ ਉਹਨਾਂ ਧਾਰਨ ਕੀਤਾ ਹੋਇਆ, ਜਿਸ ਨਾਮ ਦੁਆਰਾ ਉਹਨਾਂ ਆਪ ਦੀ ਹੰਗਤਾ ਮਮਤਾ ਨੂੰ ਮਾਰ ਕੇ ਹਿਰਦਾ ਉਜਲ ਕਰ ਲਿਆ ਹੈ। ਉੱਥੇ ਮੰਡਪ ਮਾੜੀਆਂ, ਕੋਠੇ ਹੁੰਦੇ ਨੇ ਕੱਚੇ
ਜਿਹੜੇ ਪੁਰਾਣੇ ਟਾਈਮਾਂ ਦੇ ਸੀ। ਅਤੇ ਮੰਡਪ ਹੁੰਦੇ ਨੇ ਮੰਡੂਏ ਜੋ ਚੁਬਾਰੇ ਆਦਿਕ, ਇਹ ਖੁਸ਼ੀ ਦੇ ਨਾਲ ਫੁੱਲਾਂ ਅਤੇ ਪੱਤਿਆਂ ਦੁਆਰਾ ਜਿਹੜਾ ਸਜਾਇਆ ਹੋਵੇ ਅਤੇ ਉਹਨੂੰ ਪੱਕੇ ਨੂੰ ਮੰਦਰ ਕਹਿੰਦੇ ਨੇ। ਅਤੇ ਮਾੜੀਆਂ ਜਿਹੜੇ ਵੱਡੇ ਵੱਡੇ ਰਾਜਿਆਂ ਦੇ ਮਹੱਲ ਹੁੰਦੇ ਹਨ, ਇਹਨਾਂ ਮਹੱਲਾਂ ਆਦਿਕਾਂ ਦੇ ਵਿੱਚ ਗਾਵਾਰੀ ਬੇਸਮਝ ਪੁਰਸ਼ ਲੱਗੇ ਪਏ ਹਨ। ਇਸੇ ਪ੍ਰਕਾਰ ਕੋਠੇ ਮੰਡਪ ਮਾੜੀਆਂ, ਕੋਠੇ ਦੀ ਤਰ੍ਹਾਂ ਝੂਠੇ ਪੁਰਖ, ਮੰਡਪਾਂ ਦੀ ਤਰ੍ਹਾਂ ਪਖੰਡੀ ਪੁਰਖ, ਤੇ ਮਾੜੀਆਂ ਦੀ ਤਰ੍ਹਾਂ ਅਗਿਆਨੀ ਪੁਰਖ। ਸੋ ਇਹ ਸਭ ਲੱਗ ਪਏ ਗਾਵਾਰੀ, ਬੇਸਮਝ ਹੋ ਕੇ ਦੇਹ ਅਧਿਆਸ ਵਿੱਚ ਹੀ ਲੱਗੇ ਪਏ ਨੇ। ਇਸੇ ਪ੍ਰਕਾਰ ਕੋਠੇ ਮੰਡਪ ਮਾੜੀਆਂ, ਕੋਠਿਆਂ ਦੀ ਤਰ੍ਹਾਂ ਮਨੁੱਖਾਂ ਦੇ ਹੀ, ਮੰਡਪਾਂ ਦੀ ਤਰ੍ਹਾਂ ਦੇਵ ਦੇਹੀ, ਤੇ ਮਾੜੀਆਂ ਦੀ ਤਰ੍ਹਾਂ ਅਵਤਾਰਾਂ ਦੀ ਦੇਹੀ ਦੀ ਉਪਾਸਨਾ ਵਿੱਚ ਮੂਰਖ ਲੋਕ ਲੱਗੇ ਪਏ ਹਨ। ਲੱਗ ਪਏ ਗਾਵਾਰੀ, ਬੇਸਮਝ ਪੁਰਖ ਇਹਨਾਂ ਵਿੱਚ ਲੱਗੇ ਪਏ ਨੇ। ਜਿਨ ਕੀਏ ਤਿਸ ਹੈ ਨਾ ਜਾਣਨੀ, ਜਿਸ ਪਰਮੇਸ਼ਰ ਨੇ ਸਭ ਜੀਵ ਪੈਦਾ ਕੀਤੇ ਨੇ ਉਹਨਾਂ ਨੂੰ ਜਾਣਦੇ ਹੀ ਨਹੀਂ ਹਨ। ਮਨਮੁਖ ਗੁਬਾਰੀ, ਐਸਾ ਮਨਮੁਖਾਂ ਨੂੰ ਅਗਿਆਨਤਾ ਦਾ ਗਾਰਾ ਹਨੇਰਾ ਛਾਇਆ ਹੋਇਆ ਹੈ। ਜਿਸ ਬੁਝਾਏ ਸੋ ਬੁਝਸੀ ਸਚਿਆ, ਇਹ ਸੱਚੇ ਪਰਮੇਸ਼ਰ ਜਿਸ ਨੂੰ ਤੂੰ ਆਪਣਾ ਸਰੂਪ ਸਮਝਾਉਂਦਾ ਹੈ ਉਹੀ ਸਮਝਦਾ ਹੈ। ਕਿਆ ਜੰਤ ਵਿਚਾਰੀ, ਇਹ ਜੀਵ ਵਿਚਾਰੇ ਕੀ ਹਨ, ਭਾਵ ਆਪਣੇ ਆਪ ਕੁਝ ਨਹੀਂ ਕਰ ਸਕਦੇ। ਲੋਕ ਮਹਲਾ ਤੀਜਾ, ਦੂਜਾ ਨਹੀਂ ਤੀਜਾ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਉੱਤਮ ਤੇ ਮੱਧਮ ਸਖੀ ਦੇ ਸੰਵਾਦ ਦੁਆਰਾ ਪਾਵਨ ਸਿੱਖਿਆ ਬਖਸ਼ਦੇ ਨੇ। ਉੱਤਮ ਸਖੀ ਮੱਧਮ ਸਖੀ ਦੇ ਤਾਈਂ ਇਹ ਬੇਨਤੀ ਕਰਦੀ ਕਹਿੰਦੀ ਹੈ, ਬ੍ਰਾਹਮਣ ਤਾਉ ਸੀਗਾਰ ਕਰ, ਇਹ ਜਗਿਆਸੂ ਰੂਪ ਇਸਤਰੀਏ ਤੂੰ ਤਾਂ ਸਾਧਨਾ ਰੂਪ ਸ਼ਿੰਗਾਰ ਕਰ। ਜਾ ਪਹਿਲਾ ਕੰਤ ਮਨਾਈ, ਜਦ ਪਹਿਲਾਂ ਗੁਰਾਂ ਦੇ ਉਪਦੇਸ਼ ਦੁਆਰਾ ਪਤੀ ਪਰਮਾਤਮਾ ਨੂੰ ਮਨਾਉਣਾ ਕਰ ਲਵੇਂ, ਭਾ ਪਹਿਲਾਂ ਸਰਵਣ ਕਰ, ਫਿਰ ਭੇਦ ਦੀਆਂ ਬਾਧਕ ਅਤੇ ਅਭੇਦ ਦੀਆਂ ਸਾਧਕ ਜੁਗਤੀਆਂ ਦੁਆਰਾ ਮੰਨਣਾ ਕਰ। ਮਤ ਸਿਜੈ ਕੰਤ ਨਾ ਆਵਈ, ਮਾਤਾ ਤੇਰੀ ਅੰਤਿ ਕੰਡ ਵਸੀਜਾ ਤੇ ਪਤੀ ਆ ਕੇ ਸਾਖਿਆਤਕਾਰ ਨਾ ਹੋਵੇ। ਜੀਵੈ ਬਿਰਥਾ ਜਾਇ, ਨਾ ਤਾਂ ਤੇਰਾ ਸਾਧਨਾ ਦਾ ਕੀਤਾ ਹੋਇਆ ਸ਼ਿੰਗਾਰ, ਸੋ ਜੇ ਉਹ ਸਾਖਿਆਤਕਾਰ ਹੋਵੇ ਹੀ ਨਾ ਤਾਂ ਤੇਰਾ ਸਾਧਨਾ ਦਾ ਕੀਤਾ ਹੋਇਆ ਸ਼ਿੰਗਾਰ ਐਵੇਂ ਵਿਅਰਥ ਫਜ਼ੂਲ ਚਲਾ ਜਾਵੇਗਾ। ਆਮਣ ਫਿਰ ਮਨ ਮਾਨਿਆ, ਫਿਰ ਜਗਿਆਸੂ ਰੂਪ ਇਸਤਰੀਏ ਜੇਕਰ ਤੇਰੇ ਉੱਪਰ ਪਤੀ ਪਰਮੇਸ਼ਰ ਦਾ ਮਨ ਚਿੱਤ ਮੰਨ ਗਿਆ ਹੈ, ਜਾਂ ਇਸੇ ਤਰ੍ਹਾਂ ਆਮਣ ਫਿਰ ਮਨ ਮਾਨਿਆ, ਜੇਕਰ ਤੇਰਾ ਮਨ ਪਤੀ ਅਕਾਲ ਪੁਰਖ ਵਿੱਚ ਮੰਨ ਗਿਆ ਹੈ, ਆਓ ਬਣਿਆ ਸੀਗਾਰ, ਤਾਂ ਹੀ ਸਾਧਨਾ ਰੂਪ ਬਣਿਆ ਹੋਇਆ ਸ਼ਿੰਗਾਰ ਸਫਲਾ ਹੋਵੇਗਾ। ਯਾ ਤਾਉ ਪਰਵਾਣ ਹੈ, ਸਾਧਨਾ ਰੂਪ ਕੀਤਾ ਹੋਇਆ ਸ਼ਿੰਗਾਰ ਤਾਂ ਹੀ ਪ੍ਰਮਾਣਿਕ ਸਫਲਾ ਹੈ। ਯਾ ਸਾਹੋ ਧਰੇ ਪਿਆਰਾ, ਜੇਕਰ ਪਤੀ ਪਰਮੇਸ਼ਰ ਜਗਿਆਸੂ ਰੂਪ ਇਸਤਰੀ ਨਾਲ ਤੂੰ ਪ੍ਰੇਮ ਧਾਰਨ ਕਰੇ, ਆਓ ਸੀਗਾਰ ਤੰਬੂਲ ਰਸ, ਤੱਤੇ ਤੇ ਟਿੱਪੀ ਨਾ ਹੋਣ ਕਰਕੇ ਆਪਾਂ ਇਹ ਉਚਾਰਨ ਕਰਾਂਗੇ ਤਬੂਲ ਰਸ, ਕਿਉਂਕਿ ਬਿੰਦੀ ਤਾਂ ਨੱਕ ਦੇ ਵਿੱਚ ਮਾੜਾ ਮੋਟਾ ਆਪਾਂ ਬੋਲ ਸਕਦੇ ਹਾਂ, ਪਰ ਟਿੱਪੀ ਨਹੀਂ ਲਾ ਸਕਦੇ। ਅਧਿਕ ਵੀ ਬੋਲਿਆ ਜਾਂਦਾ
ਖਿੱਚ ਕੇ ਅੱਖਰ ਬੋਲੀਏ ਤੇ ਬਿੰਦੀ ਵੀ ਲੱਗ ਜਾਂਦੀ ਬਦੋ ਬਦੀ, ਪਰ ਟਿੱਪੀ ਤੋਂ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਇਹ ਪੂਰੀ ਮਾਤਰਾ ਬਣ ਜਾਂਦੀ ਹੈ। ਸੋ ਜੇ ਪਰਮੇਸ਼ਰ ਪਤੀ ਦਾ ਪੈ ਧਾਰਨ ਰੂਪ ਸ਼ਿੰਗਾਰ ਕਰੇ ਤਾਂ ਰਸ ਕਹਿੰਦੇ ਨੇ ਪ੍ਰੇਮ ਨੂੰ, ਜਾਂ ਮਹਾਵਾਕਾ ਉਚਾਰਨ ਰੂਪ ਜਿਹੜਾ ਤਬੋਲ ਪਾਨਾਂ ਦਾ ਬੀੜਾ ਚੱਬੇ ਭੋਜਨ ਭਾਉ ਕਰੇ। ਅਰ ਪ੍ਰੇਮ ਦਾ ਭੋਜਨ ਜਾਂ ਭਾਉ ਦਾ ਨਾਮ ਮਤਲਬ ਹੈ ਗਿਆਨ। ਬ੍ਰਹਮ ਗਿਆਨੀ ਦਾ ਭੋਜਨ ਗਿਆਨ। ਬ੍ਰਹਮ ਗਿਆਨੀ ਨੂੰ ਰੋਟੀ ਜਾਂ ਦੁੱਧ ਨਹੀਂ ਚਾਹੀਦਾ, ਉਹਦਾ ਗਿਆਨ ਹੀ ਭੋਜਨ ਹੈ। ਪ੍ਰਸ਼ਾਦਾ ਛਕਣਾ ਵਾਹਿਗੁਰੂ ਜੀ ਦੀ ਮਰਜ਼ਾਦਾ ਹੈ। ਤੋ ਜਿੰਨਾ ਸਿਰ ਸਰੀਰ ਅੰਨ ਖਾਣਾ ਕੱਪੜ ਪਹਿਨਣ ਦੀ ਆ ਮਰਜ਼ਾਦਾ ਪੂਰਵਕ ਬ੍ਰਹਮ ਗਿਆਨੀ ਭੋਜਨ ਪਾਣੀ ਗ੍ਰਹਿਣ ਕਰਦੇ ਨੇ। ਉਹਨਾਂ ਦਾ ਮਨ, ਉਹਨਾਂ ਦੀ ਆਤਮਾ ਗਿਆਨ ਦੇ ਨਾਲ ਹਮੇਸ਼ਾ ਤਗੜੀ ਰਹਿੰਦੀ ਹੈ। ਇਸ ਲਈ ਸੋ ਜਿਹੜਾ ਗਿਆਨ ਦਾ ਭਾਉ ਪ੍ਰਕਾਸ਼ ਹੈ, ਭਾਉ ਨਾਮ ਹੈ ਪ੍ਰਕਾਸ਼ ਦਾ, ਉਹ ਪ੍ਰਕਾਸ਼ ਰੂਪੀ ਭੋਜਨ ਖਾਣਾ ਕਰੇ। ਆਓ ਨਾਨਕ ਭੋਗ ਕਰੇ। ਤਨ ਮਨ ਸੌਪੇ ਕਾਂਤ ਕਾ। ਇੱਥੋਂ ਹੀ ਪੜ੍ਹ ਦੋ। ਭਉ ਸੀਗਾਰ ਤਬੂਲ ਰਸ। ਸੋ ਜੋ ਪਰਮੇਸ਼ਰ ਪਤੀ ਦਾ ਭੈ ਧਾਰਨਾ ਹੈ, ਇਹ ਤੂੰ ਸ਼ਿੰਗਾਰ ਕਰ ਤੇ ਰਸ ਪ੍ਰੇਮ ਜਾਂ ਮਹਾਵਾਕਾਂ ਦਾ ਉਚਾਰਨ ਰੂਪ ਪਾਨਾਂ ਦਾ ਬੀੜਾ ਚੱਬ। ਜਨ ਭਾਉ ਕਰੇ। ਅਤੇ ਜਿਹੜਾ ਗਿਆਨ ਦਾ ਪ੍ਰਕਾਸ਼ ਲੈਣਾ ਹੈ, ਇਹ ਪ੍ਰਕਾਸ਼ ਰੂਪੀ ਭੋਜਨ ਖਾਣਾ ਕਰੇ। ਇਹ ਗੁਰਮੁਖ ਦੀ ਅਵਸਥਾ ਹੈ। ਤਨ ਮਨ ਸੌਪੇ ਕਾਂਤ ਕਾ। ਆਪਣਾ ਤਨ ਸਰੀਰ ਤੇ ਮਨ ਹਿਰਦਾ ਪਤੀ ਅਕਾਲ ਪੁਰਖ ਨੂੰ ਹੀ ਅਰਪਣਾ ਕਰੇ। ਆਓ ਨਾਨਕ ਭੋਗ ਕਰੇ। ਤਾਂ ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਪਤੀ ਪਰਮੇਸ਼ਰ ਜੀਵ ਰੂਪ ਇਸਤਰੀ ਨੂੰ ਸੋ ਭੋਗ ਕਰੇ ਦੀ ਤਰ੍ਹਾਂ ਅਭੇਦ ਕਰਨ ਰੂਪੀ ਆਨੰਦ ਬਖਸ਼ਦਾ ਹੈ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ, ਕਾਜਲ ਫੂਲ ਤੰਬੂਲ ਰਸ। ਜਿਵੇਂ ਮਾਈਆਂ ਬੀਬੀਆਂ ਦਾ ਸੁਭਾਅ ਹੁੰਦਾ ਹੈ ਕਿ ਅੱਖਾਂ 'ਚ ਉਹ ਕੱਜਲ ਯਾਨੀ ਸੁਰਮਾ ਪਾਉਂਦੀਆਂ ਨੇ ਤੇ ਕੇਸਾਂ ਦੇ ਉੱਪਰ ਸੱਗੀ ਦਾ ਜਾਂ ਹੋਰ ਫੁੱਲ ਲਾਉਂਦੀਆਂ ਨੇ। ਤੰਬੋਲ ਆਪਣੇ ਦੰਦਾਂ ਨੂੰ, ਬੁੱਲਾਂ ਨੂੰ ਲਾਲ ਕਰਨ ਵਾਸਤੇ ਉਹ ਪਾਨਾਂ ਦਾ ਬੀੜਾ, ਮਿੱਠਾ ਬੀੜਾ ਚੱਬਦੀਆਂ ਨੇ। ਇਹ ਪੁਰਾਣਾ ਕੰਮ ਸੀਗਾ। ਸਤਿਗੁਰੂ ਜੀ ਨੇ ਇੱਕ ਦ੍ਰਿਸ਼ਟਾਂਤ ਲਿਆ ਹੈ। ਗੱਲ ਘਰ ਤੋਂ ਸ਼ੁਰੂ ਕਰਕੇ ਰੱਬ ਤੇ ਨਿਬੇੜੀ ਹੈ। ਸਾਨੂੰ ਮਹਾਰਾਜ ਨੇ ਘਰ ਤੋਂ ਪਰਮਾਤਮਾ ਤੱਕ ਲਿਜਾਣਾ ਹੈ। ਜਿਸ ਤਰ੍ਹਾਂ ਸਮਝ ਆਵੇ ਉਹ ਦ੍ਰਿਸ਼ਟਾਂਤ ਲਿਆ ਹੈ। ਇਹ ਸਖੀਏ ਜਿਵੇਂ ਸੁਰਮਾ ਤੇ ਕੇਸਾਂ ਦਾ ਫੁੱਲ ਜਾਂ ਸੱਗੀ ਦਾ ਫੁੱਲ ਤੇ ਤੰਬੋਲ ਪਾਨਾਂ ਦਾ ਬੀੜਾ ਤੇ ਪਦਾਰਥਾਂ ਦਾ ਜਿਹੜਾ ਰਸ ਹੈ ਜਾਂ ਪਾਨਾਂ ਦਾ ਰਸ ਲੈ ਕੇ ਧਨ ਕੀਆ ਸਿਗਾਰ। ਕਿਸੇ ਇਸਤਰੀ ਨੇ ਸ਼ਿੰਗਾਰ ਵੀ ਭਾਵੇਂ ਕਰ ਲਿਆ ਹੋਵੇ, ਗੁਰੂ ਘਰ ਦੇ ਵਿੱਚ ਕੱਜਲ ਪਾ ਕੇ ਆਉਣ ਦੀ ਵੀ ਮਨਾਹੀ ਹੈ ਤੇ ਫੁੱਲ ਫਲ ਲਾਉਣ ਦੀ ਵੀ ਮਨਾਹੀ ਹੈ। ਮਹਾਰਾਜ ਨੂੰ ਭੇਟਾ ਕਰੀਏ। ਇੱਥੋਂ ਤੱਕ ਮੈਂ ਤਾਂ ਸੈਂਟ ਨੂੰ ਵੀ ਬਹੁਤ ਮਾੜਾ ਗਿਣਦਾ ਹਾਂ। ਜੇ ਕੋਈ ਵਧੋ ਵਧੀ ਦੇ ਵੀ ਦੇ ਤੇ ਗੁਰੂ ਸਾਹਿਬ ਨੂੰ ਭੇਟਾ ਕਰ ਦਈਦਾ। ਤੋ ਇਸ ਵਾਸਤੇ ਇਹ ਵੀ ਮਨਾਹੀ ਹੈ ਸੈਂਟ ਦੀ ਵੀ। ਤੇ ਜਿਹੜਾ ਪਾਨ ਦਾ ਬੀੜਾ ਹੈ, ਕਈ ਕਹਿੰਦੇ ਵੀ ਮਿੱਠਾ ਪਾਨ ਬਿਨਾਂ ਤਮਾਕੂ ਤੋਂ ਤਾਂ ਕੋਈ ਹਰਜ ਨਹੀਂ। ਬੰਬੇ ਦੇ ਵਿੱਚ ਕਈ ਮੁੰਡਿਆਂ ਨੂੰ ਮੈਂ ਬੇਨਤੀ ਕੀਤੀ, ਮੈਂ ਕਿਹਾ ਵੀ ਪਾਨ ਦਾ ਪਾਣੀ ਹੈ, ਪਾਨ ਦਾ ਪਤਾ ਤੇ ਉਹ ਤਾਂ ਪਾਣੀ ਹੈ। ਤੇ ਪਾਨ ਸੁਪਾਰੀ ਖਾਤੀਆਂ, ਮੁਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ ਜੰਮ ਪਕੜ ਚਲਾਈਆਂ। ਉਹ ਜਿਹੜਾ ਤੁਹਾਨੂੰ ਪਾਨ ਦੇਣ ਵਾਲਾ ਭਾਵੇਂ ਤਮਾਕੂ ਚ ਪਾਇਆ ਨਹੀਂ,
पर हथ तो उन्हें लाए नहीं, वो किहड़ा अमृतधारी है भी चुक के पता तो नौ फड़ाता है, तो वो भईया ही है, विचे बीड़ियां बेची जाता, विचे आपां तां उस दुकान तो सौदा ही नहीं लेंदे जिथे आंडे रखे होण। अजकल लोगों ने कमाई का जुगाड़ बनाया होया, क्योंकि गाहक घट है। एक पासे संदूकड़ी जी रखी होगी दुध देण वाली, उस तरह ही उहदे चों हथ पाई जाणगे, उस तरह ही आंडे देई जाणगे, उस तरह ही बीड़ियां वरताई जाणगे, उस तरह ही वो पैकेट जे तंबाकू वाले देई जाणगे। दूरों वेख के भज जाईदा। जिस दुकानदार ने ये गंदमंद नहीं रखिया, कईयां नूं हथ जोड़ के बेनती कर भी देई दी है भी आ खाण पीण वालियां चीज़ां ने, भी आ गंद क्यों रखिया तुसीं, भईयां वाला काम क्यों करदे हो। पंजाबी बंदे पंजाब दे विच हो गए, तुसीं तां आप उन्हां नूं बीड़ियां वरता रहे हो। तुहानूं मना करना चाहिए भी ये गंद, लागे मंदिर है, लागे दुकान, इलाका तुहाडा, की धर्म है जे कोई धुआं मार दे, कोई है धर्म साडा। चंगा भला बंदा नहा धो के सोहने बड़े कपड़े पा के गुरुद्वारे नूं चलिया, ते जे कोई धुआं मार के बर्बादी कर दे, दसो नहाउण दा की फायदा होया। मैं तो बेनती कर ही दिंदा, भावें गुस्से मन्ने कोई राजी मन्ने, ते आखीदा भाई तुसीं जे काम करना थोड़ा पासे हो के करो। हुण तां पुलिस वल्लों भी जुर्माना है। मनी माजरे चंडीगढ़ की पुलिस ने मेरे सामने 11,000 रुपये का चलान कट के मुंडे के हथ फड़ाया। वो बीड़ी पी रहा सी, बुलट मोटरसाइकिल सड़क के पासे लाया होया सी, सिरों मोना, कहते ना तो तू हैलमेट पाया, भावें कि वो खड़ा सीगा, ते वो बीड़ी तो ही उन्होंने 11,000 का जुर्माना करता। तो इसलिए जे सरकारी कानून भी बंदा मने तां भी इस गल की मनाही है, तो गुरु घर वालों तो महाराज ने मना किया ही है। बीड़ा पाना का बीड़ा ही बीड़ा है, भावें उस तंबाकू होवे जां ना होवे। तो इस वास्ते महाराज दे घर दे विच ये चीज़ां जिहड़ियां गंदियां मंदियां ने, उत्थे लिख के लाया हुंदा भी गेट ते ही सुट जाओ, जे किसी दे कोल है भी है तो आपदा गेट ते रख जाओ। महाराज दे घर ये चीज़ां लैके भी आउणा एक बहुत वड्डा पाप है, ते जिहड़ा खा पी के आउणा इहदे वर्गा वड्डा गुनाह तां दुनिया 'च है ही कोई नहीं। पातशाह जी फरमाउंदे हन, काजल फूल तंबूल रस, जिहड़ा काजल सुरमा पाउणा, फुल लाउणा, पाना दा बीड़ा चबना, पदार्थों का रस लेना है, धन किया सिगार, ते जिहड़ा हार श्रृंगार करके आउणा महाराज ने पहला ही रोकता। पता ही है आ जिहड़े लुट्टां खुआं वाले ने, थोड़े दिन हो गया बड़ैल दे विच चंगा भला जेंटलमैन सफारी गड्डी दे टायर बदलाउण आया, बड़ैल दी गल है, मार्केट दे विच सोने दी चैनी उन्हें वो गड्डी दे विच रखी हुई, एक खंडा सोने का गड्डी च लटकदा, आपदा मूँह वो परां करके गल्लां कर रहा, गड्डी दे कोल ही खड़ा, ते लुटेरा आया, पता नहीं उन्हें किस तरह झकानी दी, सब कुछ ही लुट के गां गया। ते फिर वेखे तां ठा। तो इस वास्ते कन्नां दे कांडे, गलां दियां चैनियां लुटेरे नहीं छड्डदे। ते महाराज ने रोकिया, भाई गुरु घर तां साध मुरादे बन के आउणा चाहीदा। तो इस वास्ते दरबार साहब स्पैशल लॉकर रखे ने भी जे किसी को कीमती समान आपदी कैश मनी जां सोना लॉकर दे विच रख लो, चाबी आप लै लो, ते पर दरबार साहब ना लैके जाओ। किसी का की पता भीड़ भड़के च लोग धार्मिक स्थानों से भी शर्म नहीं करते, इस वास्ते आप दा बचाव करो। महाराज कहते भी जे किसी श्रृंगार किया होवे ते लैन गुरु की खुशी आवे,
ਗੁਰੂ ਮਹਾਰਾਜ ਦੱਸੋ ਇਹਨਾਂ ਚੀਜ਼ਾਂ ਤੇ ਥੋੜ੍ਹਾ ਪ੍ਰਸੰਨ ਹੁੰਦਾ ਹੈ। ਸੀਜੈ ਕਾਂਤ ਨਾ ਆਇਓ। ਜੇ ਬੀਬੀ ਸ਼ਿੰਗਾਰ ਕਰਕੇ ਬੈਠੀ ਰਹੇ, ਉਹਦੀ ਸੇਜਾ ਤੇ ਪਤੀ ਆਇਓ ਹੀ ਨਾ। ਜੀਵੈ ਭਇਆ ਵਿਕਾਰ। ਉਹਦਾ ਸ਼ਿੰਗਾਰ ਕੀਤਾ, ਪਾਨਾਂ ਦਾ ਬੀੜਾ ਚੱਬਿਆ, ਸਭ ਫਜ਼ੂਲ ਵਿਅਰਥ ਹੈ। ਇਸੇ ਪ੍ਰਕਾਰ ਕਾਜਲ ਫੂਲ ਤੰਬੂਲ ਰਸ। ਕੱਜਲ ਦੀ ਤਰ੍ਹਾਂ ਤਰਾਟਕ ਆਦਿਕ ਸਾਧ ਲੈਣਾ, ਨੇਤਰ ਬੰਦ ਕਰਕੇ ਸਮਾਧੀ ਲਾ ਲੈਣੀ, ਜਾਂ ਦਵੈਤ ਰੂਪ ਸਲਾਈਆਂ ਨਾਲ ਸ਼ਾਸਤਰਾਂ ਦਾ ਗਿਆਨ ਰੂਪੀ ਸੁਰਮਾ ਪਾ ਲੈਣਾ। ਕਿਸੇ ਸਮੇਂ ਪਦਾਰਥ ਪ੍ਰਾਪਤ ਹੋਣ ਤੋਂ ਫੂਲ ਦਾ ਮਤਲਬ ਪ੍ਰਫੁੱਲਤ ਹੋ ਕੇ ਗੁਣ ਗਾਉਣ ਲੱਗ ਪੈਣੇ। ਦਿਖਾਵੇ ਮਾਤਰ ਪ੍ਰੇਮ ਰੂਪ ਰਸ ਦਾ ਨਾਮ ਹੈ ਪ੍ਰੇਮ। ਪ੍ਰੇਮ ਰੂਪ ਪਾਨਾਂ ਦਾ ਬੀੜਾ ਚੱਬਣਾ, ਜਾਂ ਦਿਖਾਵੇ ਮਾਤਰ ਪ੍ਰੇਮ ਨਾਲ ਮਹਾਵਾਕਾਂ ਦਾ ਉਚਾਰਨ ਰੂਪ ਪਾਨਾਂ ਦਾ ਬੀੜਾ ਚੱਬਣਾ। ਇਤਿਆਦਿਕ ਗੁਣਾਂ ਨੂੰ ਲੈ ਕੇ ਲੇ ਧਨ ਕੀਆ ਸ਼ਿਗਾਰ। ਇਹ ਬਾਹਰੀ ਗੁਣਾਂ ਨੂੰ ਲੈ ਕੇ ਜਿਸ ਜੀਵ ਰੂਪ ਇਸਤਰੀ ਨੇ ਸਾਧਨਾ ਰੂਪ ਸ਼ਿੰਗਾਰ ਕੀਤਾ ਹੈ, ਮਤਲਬ ਹੱਠ ਤਪ ਕੀਤਾ ਹੈ, ਘਰ ਬਾਰ ਛੱਡ ਕੇ ਤਪਸਵੀ ਬਣਿਆ ਹੈ। ਜੈ ਕਾਂਤ ਨਾ ਆਇਓ। ਇਹਨਾਂ ਦਿਖਾਵੇ ਮਾਤਰ ਹੰਗਤਾ ਸਹਿਤ ਕੀਤੇ ਸਾਧਨਾ ਨਾਲ ਅੰਤਿਕਰਨ ਰੂਪ ਸ਼ਿੰਗਾਰ ਤੇ ਪਰਮੇਸ਼ਰ ਪਤੀ ਆ ਕੇ ਸਾਖਿਆਤ ਨਹੀਂ ਹੁੰਦਾ। ਜੀਵੈ ਭਇਆ ਵਿਕਾਰ। ਸਗੋਂ ਸਭ ਸਾਧਨ ਐਵੇਂ ਵਿਅਰਥ ਹੀ ਜਾਂਦੇ ਹਨ, ਜਾਂ ਕਾਮ ਆਦਿਕ ਵਿਕਾਰ ਉਤਪਨ ਹੋ ਜਾਂਦੇ ਨੇ। ਮਹਲਾ ਤੀਜਾ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ, ਧਨ ਫਿਰ ਇਹ ਨਾ ਆਖੀਆਂ। ਪਹਿਲਾ ਅਰਥ ਤਾਂ ਸਾਡੇ ਘਰ ਦਾ ਹੀ ਹੈ। ਜਦੋਂ ਸ਼ਾਦੀ ਹੁੰਦੀ ਹੈ ਤੇ ਪਤੀ ਪਤਨੀ ਆਪਸ ਦੇ ਵਿੱਚ ਇੱਕ ਦੂਜੇ ਦੀ ਜਾਣਕਾਰੀ ਕਰਦੇ ਨੇ, ਤੇ ਜੇ ਤਾਂ ਉਹਨਾਂ ਦੇ ਆਚਾਰ ਵਿਚਾਰ ਇੱਕ ਦੂਜੇ ਨਾਲ ਮਿਲ ਜਾਣ ਤਾਂ ਫਿਰ ਗ੍ਰਸਤੀ ਜੀਵਨ ਉਮਰ ਜਿਹੜੀ ਹੈ ਸੌਖੀ ਲੰਘਦੀ ਹੈ। ਤੇ ਜੇ ਇੱਕ ਦੂਜੇ ਨਾਲ ਆਚਾਰ ਤੇ ਵਿਚਾਰ ਮੇਲ ਨਾ ਖਾਣ ਤਾਂ ਫਿਰ ਮੁਸ਼ਕਲ ਬਣ ਜਾਂਦੀ ਹੈ, ਕਿਉਂਕਿ ਨਾ ਤਾਂ ਆਪਾਂ ਛੱਡ ਕੇ ਕਿਤੇ ਭੱਜ ਸਕਦੇ ਹਾਂ, ਉਹ ਰੋਜ਼ ਦਾ ਹੀ ਨਰਕ ਬਣ ਜਾਂਦਾ ਜਿੱਥੇ ਲੜਾਈ ਹੋਵੇ ਝਗੜਾ ਹੋਵੇ। ਇਸ ਲਈ ਇੱਕ ਦੂਜੇ ਨਾਲ ਵਿਚਾਰ ਮਿਲਣੇ ਇਹ ਬਹੁਤ ਬੜੀ ਬਾਤ ਹੈ। ਮਹਾਰਾਜ ਕਹਿੰਦੇ ਜਿਹੜੀ ਧਨ ਇਸਤਰੀ ਹੈ ਤੇ ਫਿਰ ਪਤੀ ਹੈ, ਉਹ ਨਹੀਂ ਕਹੇ ਜਾਂਦੇ ਜਿਹੜੇ ਕੋਰਟ ਮੈਰਿਜ ਕਰਾ ਲੈਣ। ਇਕੱਠੇ ਹੋਏ ਤੇ ਜੋ ਸਰੀਰ ਕਰਕੇ ਇਕੱਠੇ ਹੋ ਕੇ ਬੈਠ ਜਾਣ, ਉਹਨਾਂ ਨੂੰ ਪਤੀ ਪਤਨੀ ਨਹੀਂ ਕਹਿੰਦੇ ਹਨ। ਏਕ ਜੋਤ ਦੋਏ ਮੂਰਤੀ। ਪਤੀ ਪਤਨੀ ਉਹਨਾਂ ਦਾ ਨਾਮ ਹੈ ਕਿ ਵੇਖਣ ਨੂੰ ਤਾਂ ਦੋ ਸ਼ਕਲਾਂ ਲੱਗਣ, ਤੇ ਪਰ ਉਹਨਾਂ ਦੀ ਜੋਤ ਮਤਲਬ ਗਿਆਤ ਭਾਵ ਉਹਨਾਂ ਦੀ ਸਮਝ, ਉਹਨਾਂ ਦੀ ਵਿਚਾਰ ਇੱਕ ਹੋਵੇ। ਜਿਵੇਂ ਕਬੀਰ ਜੀ ਦੇ ਘਰੋਂ ਮਾਤਾ ਲੋਈ ਜੀ ਦਾ ਜੀਵਨ ਸੀਗਾ। ਕਬੀਰ ਦੀ ਮਾਂ ਨੇ ਤੰਗ ਆ ਕੇ ਕਬੀਰ ਦਾ ਵਿਆਹ ਕਰਤਾ। ਮਾਂ ਪਿਓ ਇਹੀ ਸੋਚਦੇ ਨੇ ਵੀ ਇਹਦੇ ਗਲ ਜੂੜਾ ਪਾਓ। ਬਲਦ ਦੇ ਗਲ ਦੇ ਵਿੱਚ, ਉਹ ਢੱਗੇ ਦੇ ਗਲ ਦੇ ਵਿੱਚ ਜੇ ਪਾਵਾ ਪਾ ਦਿਓ, ਗੋਡਿਆਂ ਨਾਲ ਠਾਹ ਠਾਹ ਕਰਕੇ ਵੱਜਦਾ, ਮੁੜ ਕੇ ਉਹ ਸ਼ਰਾਰਤ ਨਹੀਂ ਕਰਦਾ। ਖੋਤੇ ਦੀ ਪਿੱਠ ਤੇ ਭਾਰ ਰੱਖ ਦਿਓ, ਉਹ ਸਹੀ ਹੋ ਜਾਂਦਾ। ਮਾਂ ਪਿਓ ਦਾ ਐਸਾ ਵਿਚਾਰ ਹੁੰਦਾ। ਪਰ ਜਿਹੜੇ ਗੁਰਮੁਖ ਨੇ ਉਹਨਾਂ ਦਾ ਜੀਵਨ ਦਾ ਉੱਚਾ ਸੁੱਚਾ ਹੈ, ਤੋ ਘਰ ਦੇ ਵਿੱਚ ਵੀ ਹੈ, ਘਰ ਤੋਂ ਪਹਿਲਾਂ ਵੀ ਹੈ। ਤੋ ਮਾਂ ਜਿਹੜੀ ਹੈ ਉਹ ਬੜੀ ਤੰਗ ਸੀਗੀ, ਪਰੇਸ਼ਾਨ ਸੀਗੀ। ਕਾਹਤੋਂ? ਨਾ ਤਾਂ ਇਹ ਕੰਮ ਕਰਦਾ ਤੇ ਕੋਈ ਪੈਸਾ ਆਦਿਕ ਕਮਾਉਂਦਾ ਨਹੀਂ। ਸਾਧੂ ਸੰਤਾਂ ਦੀ ਸੇਵਾ ਦੇ ਵਿੱਚ ਜਿੰਨੀ ਵੀ ਮਾਇਆ ਤੇਲਾ ਜੋ ਧਨ ਪਦਾਰਥ ਸਭ ਇਹ ਲੁਟਾ ਦਿੰਦਾ। ਸੁਣੋ ਜਠਾਨੀ ਸੁਣੋ ਦਰਾਨੀ, ਅਚਰਜ ਏਕ ਭਇਓ, ਸਾਤ ਸੂਟ ਇਨ ਮੁੰਡੀਏ ਖੋਏ। ਇਹ ਮੁੰਡਿਆ ਕਿਉਂ ਨਾ ਮੋਇਓ, ਇਹ ਮਾਰੀ ਕਿਉਂ ਨਾ ਗਿਆ। ਮੂੰਡ ਪਲੋਸ ਕਮਰਬੱਧ ਪੋਥੀ, ਸਿਰ ਨੰਗੇ, ਪੈਰ ਦੀ ਅੱਡੀ ਦੀ ਤਰ੍ਹਾਂ ਆਪਦੀ ਟਿੰਡ ਕੱਢ ਕੇ ਪੰਡਤ ਆ ਵੜਦੇ ਨੇ।
ਜਿਨ੍ਹਾਂ ਦੇ ਲੱਕ ਨਾਲ ਪੋਥੀਆਂ ਬੰਨੀਆਂ ਹੁੰਦੀਆਂ, ਆਪਦੇ ਸਿਰ ਨੂੰ ਪਲੋਸਦਿਆਂ ਹੋਇਆਂ ਰਾਮ 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 ਕਹਿ ਕੇ, ਉਹੋ ਜਿਹਾ ਕਬੀਰ ਹੈ ਜਿਹੜਾ ਉਹਨੂੰ ਬਿਠਾ ਲੈਂਦਾ। ਮੂੰਡ ਪਲੋਸ ਕਮਰਬੱਧ ਪੋਥੀ ਹਮਕੋ ਚਾਬਣ ਉनको ਰੋਟੀ। ਅੱਜ ਕੱਲ੍ਹ ਤਾਂ ਛੋਲੇ ਵੀ 100-150 ਰੁਪਏ ਕਿਲੋ ਨੇ, ਬੜੀ ਮਹਿੰਗਾਈ ਹੋ ਗਈ ਹੈ। ਅਤੇ ਪੁਰਾਣਾ ਸਮਾਂ ਸੀਗਾ, ਲੋਕ ਆਪਣੀ ਪੈਲੀ ਵਿੱਚ ਬੀਜਦੇ, ਉਦੋਂ ਸਸਤੇ ਸੀਗੇ। ਕਹਿੰਦੇ ਸਾਨੂੰ ਚੱਬਣ ਵਾਸਤੇ ਛੋਲੇ ਦਿੰਦਾ ਭੁੱਜੇ ਹੋਏ, ਉनको ਰੋਟੀ। ਕਣਕ ਦੀ ਰੋਟੀ ਬੜੀ ਦੁਰਲੱਭ ਸੀਗੀ, ਕੋਈ ਅਮੀਰ ਬੰਦਾ ਹੀ ਕਣਕ ਦੀ ਰੋਟੀ ਖਾਂਦਾ, ਗਰੀਬ ਬਾਜਰੇ ਦਾ ਪ੍ਰਸ਼ਾਦਾ ਜਾਂ ਜੌਂ ਆਦਿ ਖਾ ਕੇ ਗੁਜ਼ਾਰਾ ਕਰ ਲੈਂਦੇ। ਤੋ ਇਸ ਤਰ੍ਹਾਂ ਦਾ ਸਮਾਂ ਸੀਗਾ। ਹਮਕੋ ਚਾਬਣ ਉनको ਰੋਟੀ ਤੇ ਹਮਕੋ ਸਾਥਰ ਉनको ਖਾਟ। ਘਰਾਂ ਦੇ ਵਿੱਚ 2-4 ਹੀ ਤਾਂ ਮੰਜੀਆਂ ਹੁੰਦੀਆਂ, ਬਹੁਤੀਆਂ ਰੱਖੀਆਂ ਵੀ ਨਹੀਂ ਜਾਂਦੀਆਂ, ਉਨੀ ਕੀ ਤੇ ਜਗ੍ਹਾ ਹੁੰਦੀ। ਤੋ ਜਿੰਨੇ ਮੈਂਬਰ ਨੇ ਉਸ ਹਿਸਾਬ ਨਾਲ ਮੰਜੇ ਨੇ। ਉਹ ਸਾਧੂ ਸੰਤ ਆ ਗਏ, ਮੰਜੇ ਉਹਨਾਂ ਨੂੰ ਡਾਹ ਤੇ, ਆਪਾਂ ਕਿੱਥੇ ਸੋਈਏ, ਤੁਸੀਂ ਭੁੰਜੇ ਸੋਵੋ ਜੀ। ਇਹੋ ਜਿਹਾ ਕਬੀਰ ਇਹਦੇ ਨੂੰ ਜੰਮਦਾ ਹੀ ਨਾ ਜਾਂ ਮਾਰੀ ਜਾਂਦਾ। ਇਉਂ ਮਾਤਾ ਬੜੀ ਪਰੇਸ਼ਾਨ। ਤੇ ਕਬੀਰ ਸਾਹਿਬ ਜੀ ਕਹਿੰਦੇ ਰਾਮ 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 ਰਾਮ, ਹੇ ਮਾਤਾ ਜੀ, ਜਬ ਲਗ ਤਾਗਾ ਬਾਹੋਂ ਬੇਹੀ ਤਬ ਲਗ ਬਿਸਰੈ ਰਾਮ ਸਨੇਹੀ। ਓਛੀ ਮਤ ਮੇਰੀ ਜਾਤ ਜੁਲਾਹਾ ਹਰ ਕਾ ਨਾਮ ਲਹਿਓ ਮੈਂ ਲਾਹਾ। ਇਹ ਮਾਤਾ ਤੂੰ ਕਹਿੰਦੀ ਕੰਮ ਨਹੀਂ ਕਰਦਾ। ਮੈਂ ਨਲੀ ਨੂੰ ਜਦ ਸਾਹ ਦੇ ਨਾਲ ਧਾਗਾ ਪਰੋਣ ਲਈ ਮੂੰਹ ਲਾ ਕੇ ਉੱਪਰ ਨੂੰ ਸਾਹ ਖਿੱਚਦਾ, ਉਹਨੇ ਟਾਈਮ 'ਚ ਮੈਨੂੰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਦਾ ਨਾਮ ਭੁੱਲ ਜਾਂਦਾ ਹੈ। ਮੈਂ ਦੱਸ ਕੀ ਕਰਾਂ, ਤੂੰ ਸੱਚੀ ਹੈ। ਇਉਂ ਗੁੱਸੇ ਨਾ ਹੁੰਦੇ। ਸੋਚਿਆ ਮਨਾਂ ਦਾ ਵਿਆਹ ਕਰ ਦਿਓ। ਜਦ ਲੋਈ ਆਈ ਤੇ ਜੇ ਕਬੀਰ ਜੀ ਨੇ ਕਹਿਣਾ ਦੇਣਾ, ਕਹਿਣਾ ਹਾਂ ਸਵਾਮੀ ਜੀ ਦੇਣਾ, ਹੋਵੇ ਭਾਵੇਂ ਅੱਧੀ ਰਾਤ। ਜੇ ਕਹਿਣਾ ਰਾਤ ਹੈ, ਕਹਿਣਾ ਹਾਂ ਸਵਾਮੀ ਜੀ ਰਾਤ ਹੈ, ਚੜਿਆ ਭਾਵੇਂ ਸੂਰਜ ਹੋਵੇ। ਤੇ ਜੋ ਕਹਿਣਾ 7 ਵਚਨ ਜੀ, ਸਾਧੂ ਸੰਤਾਂ ਦੀ ਸੇਵਾ ਕਰਨੀ। ਮਾਤਾ ਨੇ ਕਹਿਣਾ ਫਿਰ ਇਹ ਪਹਿਲਾਂ 1 ਸੀਗਾ, ਹੁਣ ਇਹ 2 ਹੋ ਗਏ, ਇਹ ਵੀ ਇਹਦੇ ਨਾਲ ਹੀ ਰਲ ਗਈ। ਮਾਤਾ ਲੋਈ ਪਤ ਵਰਤਾ ਧਰਮ 'ਚ ਪਰਪੱਕ ਸਨ ਤੇ ਕਬੀਰ ਜੀ ਦੇ ਹਰੇਕ ਬਚਨ ਨੂੰ 7 ਬਚਨ ਕਰਕੇ ਮੰਨਿਆ ਕਰਦੇ। ਇਹੋ ਜਿਹੀਆਂ ਬੀਬੀਆਂ ਸੋ ਵੇਖਣ ਨੂੰ ਪਤੀ ਤੋਂ ਵੱਖ ਹਨ, ਪਰ ਉਹਨਾਂ ਦੇ ਵਿਚਾਰ ਆਪਦੇ ਪਤੀ ਨਾਲ ਮਿਲੇ ਹੁੰਦੇ ਨੇ। ਉਹ ਇਸਤਰੀ ਤੇ ਪਤੀ ਉਹੀ ਕਹੇ ਜਾਂਦੇ ਹਨ। ਏਕ ਜੋਤ ਦੋਏ ਮੂਰਤੀ। ਜੋ ਇੱਕ ਜੋਤ ਹੈ, ਵੇਖਣ ਨੂੰ ਭਾਵੇਂ 2 ਸ਼ਕਲਾਂ ਨੇ। ਧਨ ਪਿਰ ਕਹੀਐ ਸੋਏ। ਇਸਤਰੀ ਤੇ ਪਤੀ ਉਸੇ ਦਾ ਹੀ ਨਾਮ ਹੈ। ਜੋ ਇੱਕ ਦੂਜੇ ਦੀ ਹਾਂ ਦੇ ਵਿੱਚ ਹਾਂ ਮਿਲਾਉਣ, ਬੰਦਾ ਇਸ਼ਾਰਾ ਸਮਝੇ। ਇਸ਼ਾਰੇ ਦੇ ਨਾਲ ਹੀ ਸਮਝ ਆਉਣੀ ਚਾਹੀਦੀ ਹੈ। ਇਸ ਲਈ ਦੋਹਾਂ ਦਾ ਧਰਮ ਇੱਕ ਹੋਵੇ ਤੇ ਦੋਵੇਂ ਧਰਮ ਦੇ ਵਿੱਚ ਪਰਪੱਕ ਹੋਣ। ਇਸ ਲਈ ਜੇ ਇੱਕ ਨੇ ਅੰਮ੍ਰਿਤ ਛਕਿਆ ਹੈ ਤੇ ਦੂਜਾ ਵੀ ਅੰਮ੍ਰਿਤਧਾਰੀ ਹੋਣਾ ਚਾਹੀਦਾ ਹੈ। ਆਮ ਤੌਰ ਤੇ ਆਪਾਂ ਐਗਰੀਮੈਂਟ ਕਰ ਲੈਂਦੇ ਹਾਂ ਵੀ ਕੋਈ ਗੱਲ ਨਹੀਂ ਜੀ, ਬਾਅਦ ਵਿੱਚ ਆਪੇ ਹੀ ਸਹੀ ਹੋ ਜਾਏਗਾ, ਇੱਕ ਮੈਂਬਰ ਅੰਮ੍ਰਿਤ ਛਕ ਲਏਗਾ। ਤੋ ਕਈ ਪੜ੍ਹੇ ਲਿਖੇ ਇੰਨੇ ਐਡਵਾਂਸ ਹਨ, ਸਮਝ ਉਹਨਾਂ ਨੂੰ ਸਾਰੀ ਹੈ। ਬਾਣੀ ਵੀ ਪੜ੍ਹਨਗੇ, ਗੁਰੂ ਘਰ ਵੀ ਆਉਣਗੇ, ਸੇਵਾ ਵੀ ਕਰਨਗੇ, ਸ਼ਰਧਾ ਵੀ ਹੋਊਗੀ, ਪੈਸੇ ਵੀ ਅੰਮ੍ਰਿਤਧਾਰੀਆਂ ਨਾਲੋਂ ਵੱਧ ਖਰਚਣਗੇ ਗੁਰੂ ਘਰ ਤੇ। ਪਰ ਜੇ ਕੋਈ ਅੰਮ੍ਰਿਤ ਛਕ ਲਓ, ਨਾ ਜੀ ਨਾ, ਕਿਰਪਾਨ ਨਹੀਂ ਆਪਾਂ ਪਾਉਣੀ, ਅੰਮ੍ਰਿਤ ਨਹੀਂ ਛਕਣਾ। ਤੋ ਇਸ ਵਾਸਤੇ ਜਿਹੜਾ ਤਾਂ ਅਨਪੜ੍ਹ ਹੈ ਜਾਂ ਬੇਸਮਝ ਹੈ, ਉਹ ਗੁਰੂ ਜੀ ਦੇ ਉਪਦੇਸ਼ ਨਾਲ ਸਮਝ ਸਕਦਾ। ਜਿਹੜੇ ਸਮਝਦਾਰ ਹਨ ਉਹਨਾਂ ਨੂੰ ਕੋਈ ਸਮਝਾ ਨਹੀਂ ਸਕਦਾ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਧਰਮ ਇੱਕ ਹੋਵੇ। ਇਹ ਨਾ ਹੋਵੇ ਵੀ ਇੱਕ ਮੈਂਬਰ ਕਹੇ ਵੀ ਮੈਂ ਰਾਧਾ ਸਵਾਮੀ ਉਤਰਨ, ਦੂਜਾ ਕਹੇ ਮੈਂ ਦਰਬਾਰ ਸਾਹਿਬ ਜਾਣਾ। ਤੇ ਇਸ ਵਾਸਤੇ ਫਿਰ ਝਗੜਾ ਉਤਪੰਨ ਹੋਏਗਾ। 5 ਪਿਆਰੇ ਜਦ ਅੰਮ੍ਰਿਤ ਛਕਾਉਂਦੇ ਨੇ ਤਾਂ ਇੱਕ ਮੈਂਬਰ ਨੂੰ ਉਹ ਕਦੀ ਅੰਮ੍ਰਿਤ ਨਹੀਂ ਛਕਾਉਣਗੇ। ਖਾਸ ਕਰਕੇ ਦਮਦਮੀ ਟਕਸਾਲ ਦੇ ਸਿੰਘ
ਜੋ ਸ਼੍ਰੋਮਣੀ ਕਮੇਟੀ ਵੱਲੋਂ ਗੁਰਮੁਖ ਪਿਆਰੇ ਅੰਮ੍ਰਿਤ ਸੰਚਾਰ ਕਰਦੇ ਉਹ ਤਾਂ ਸਮਝਾ ਬੁਝਾ ਕੇ ਛਕਾ ਦਿੰਦੇ ਨੇ, ਪਰ ਸਿੰਘ ਇਹੀ ਬੇਨਤੀ ਕਰਦੇ ਭਈ ਘਰ ਦੇ ਵਿੱਚ ਤੁਹਾਡੀ ਦੁਬਿਧਾ ਨਾ ਪਵੇ, ਰਸ ਬਣਿਆ ਰਹੇ। ਇਸ ਲਈ ਜਦ ਦੋਨਾਂ ਦਾ ਮਨ ਮਿਲੇਗਾ ਤੇ ਤਾਂ ਹੀ ਆਪ ਅੰਮ੍ਰਿਤਧਾਰੀ ਹੋਇਓ, ਇਕੱਲੇ ਦਾ ਕੋਈ ਲਾਭ ਨਹੀਂ ਹੈ। ਤੋ ਇਹ ਵਿਦਿਆ ਪੜ੍ਹੇ ਹੋਣ ਤੇ ਰੂਪ ਇੱਕੋ ਜਿਹਾ ਹੋਵੇ, ਮਾਪਿਆਂ ਦੇ ਘਰ ਵੀ ਇੱਕੋ ਜਿਹੀ ਜਾਇਦਾਦ ਵਾਲੇ ਹੋਣ। ਜੇ ਥੋੜ੍ਹਾ ਬਹੁਤਾ ਫਰਕ ਹੋਵੇ ਤੇ ਫਿਰ ਦੁਬਿਧਾ ਦਾ ਕਾਰਨ ਬਣ ਜਾਂਦਾ। ਇਸ ਲਈ ਬਰਾਬਰ ਦਾ ਹਾਣ, ਸੋ ਚੰਗੀ ਤਰ੍ਹਾਂ ਵਿਚਾਰ ਕੇ ਫਿਰ ਸੰਬੰਧ ਜੋੜਨਾ ਚਾਹੀਦਾ ਹੈ। ਇਸੇ ਪ੍ਰਕਾਰ ਫਿਰ ਇਹ ਨਾ ਆਖੀਅਨ, ਭਾਵ ਜੀਵ ਤੇ ਈਸ਼ਰ, ਭਗਤ ਹੋ ਗਈ ਇਸਤਰੀ ਤੇ ਭਗਵੰਤ ਹੋ ਗਿਆ ਪਤੀ। ਭਗਤ ਤੇ ਭਗਵੰਤ ਨਹੀਂ ਕਹੇ ਜਾ ਸਕਦੇ। ਇਕੱਠੇ ਹੋਏ, ਜੋ ਈਸ਼ਰ ਦਾ ਧਿਆਨ ਕਰਨ ਵਾਸਤੇ ਮੂਰਤੀ ਪੂਜਾ ਦੀ ਅੱਗੇ ਇਕੱਠੇ ਹੋ ਕੇ ਬੈਠ ਜਾਂਦੇ ਹਨ। ਏਕ ਜੋਤ ਦੋਏ ਮੂਰਤੀ, ਦੋਏ ਮੂਰਤੀ ਭਾਵ ਜੀਵ ਅਤੇ ਈਸ਼ਰ ਦੀਆਂ ਸ਼ਕਲਾਂ ਭਾਵੇਂ ਦੋ ਪ੍ਰਤੀਤ ਹੋਣ, ਪਰ ਆਤਮਾ ਸਰੂਪ ਦੀ ਅਭੇਦਤਾ ਦੀ ਅੰਦਰੋਂ ਜੋਤ ਇੱਕ ਹੋਣੀ ਚਾਹੀਦੀ ਹੈ। ਜਿਵੇਂ ਨਾਮਦੇਵ ਜੀ ਪਹਿਲੇ ਦਿਨ ਹੀ ਮੂਰਤੀ ਨੂੰ ਭੋਗ ਲਵਾਉਣ ਗਏ, ਕਪਲ ਗਾਏ ਨਾਮੇ ਦੋਹਿਆਨੀ, ਕਪਲਾ ਗਾ ਨਾਮਦੇਵ ਨੇ ਚੋ ਕੇ ਤੇ ਮੂਰਤੀ ਦੇ ਅੱਗੇ ਰੱਖੀ। ਉਹਦੇ ਭਾਣੇ ਵੀ ਇਹ ਭਗਵਾਨ ਹੈ ਤੇ ਮੇਰਾ ਨਾਨਾ ਰੋਜ਼ ਦੁੱਧ ਪਿਲਾ ਕੇ ਜਾਂਦਾ ਸੀ। ਭੋਲੇ ਨਾਮਦੇਵ ਨੂੰ ਇਹ ਨਹੀਂ ਸੀ ਪਤਾ ਵੀ ਉਹ ਤਾਂ ਮਾੜਾ ਜਿਹਾ ਉਂਗਲ ਲਾ ਕੇ ਮੂੰਹ ਨੂੰ ਲਾ ਦਿੰਦਾ ਮੂਰਤੀ ਦੇ ਤੇ ਬਾਕੀ ਆਪ ਛਕ ਜਾਂਦਾ। ਉਹਦੇ ਭਾਣੇ ਵੀ ਇਹ ਪਿਆ ਕੇ ਜਾਂਦਾ, ਕਟੋਰਾ ਰੱਖ ਕੇ ਬੈਠਾ ਰਿਹਾ। ਹੁਣ ਮੂਰਤੀ ਪੱਥਰ ਦੀ ਦੁੱਧ ਕਿੱਥੋਂ ਪੀਵੇ? ਹੱਥ ਜੋੜ ਬੇਨਤੀਆਂ ਕਰਦਾ ਰਿਹਾ, दूध पियो गोबिंदे राय, दूध पियो मेरो मन पति आए, नहीं ਤਾਂ ਘਰ ਕੋ ਬਾਪ ਰਸਾਏ। ਜਿਹੜੇ ਪੰਜਾਬੀ ਬੱਚੇ ਨੇ ਉਹ ਖਾਸ ਕਰਕੇ ਨਾਨਕਿਆਂ ਦੇ ਘਰਾਂ ਵਿੱਚ ਪਲਦੇ ਨੇ। ਛੁੱਟੀਆਂ ਦੇ ਵਿੱਚ ਤਾਂ ਆਪਾਂ ਵੀ ਘਰ 'ਚ ਨਹੀਂ ਸੀ ਰਹਿੰਦੇ। ਆਮ ਤੌਰ ਤੇ ਪੰਜਾਬ ਦੀ ਰੀਤੀ ਵੀ ਨਾਨਕੇ ਘਰ ਚਲੇ ਜਾਈਦਾ। ਨਾਮਦੇਵ ਦਾ ਜਿਹੜਾ ਪਿਓ ਸੀਗਾ ਉਹ ਨਾਨੇ ਨੂੰ ਪਿਓ ਕਹਿੰਦਾ ਸੀ, ਨਾਨਕਿਆਂ ਘਰ ਸੀ। ਕਹਿੰਦੇ ਮੇਰਾ ਨਾਨਾ ਰੁੱਸ ਜਾਏਗਾ ਜੇ ਹੇ ਭਗਵਾਨ ਤੂੰ ਦੁੱਧ ਨਾ ਪੀਤਾ। ਤੇ ਮਹਾਰਾਜ ਸੱਚੇ ਪਾਤਸ਼ਾਹ ਪ੍ਰਗਟ ਹੋਏ ਤੇ ਦੁੱਧ ਛਕਿਆ। ਫਿਰ ਹੱਥ ਫੜ ਲਿਆ, ਕਹਿੰਦਾ ਮਹਾਰਾਜ ਵੀ ਨਾਨਾ ਦਾ ਸੀਤ ਪ੍ਰਸ਼ਾਦ ਛਕਦਾ ਹੁੰਦਾ ਸੀਗਾ ਤੇ ਮੈਨੂੰ ਤੁਸੀਂ ਸੁਲਾ ਹੀ ਨਹੀਂ ਮਾਰੀ। ਇੰਨੀ ਮੈਂ ਮਿਹਨਤ ਕੀਤੀ, ਕਿੰਨੇ ਚਿਰ ਦਾ ਬੈਠਾ ਹੋਇਆ, ਥੋੜਾ ਜਿਹਾ ਛੱਡ ਵੀ ਦਿਓ ਮੇਰੇ ਲਈ। ਪਹਿਲਾਂ ਪਿਆਇਆ ਤੇ ਮੁੜ ਕੇ ਬੇਨਤੀ ਕਰਕੇ ਛਡਾ ਕੇ ਆਪ ਛਕ ਲਿਆ। ਸੋ ਇੰਨੇ ਭੋਲੇ ਸੁਭਾਅ ਵਾਲੇ। ਤੋ ਐਸੇ ਨਾਮਦੇਵ ਜੀ ਕਹਿੰਦੇ ਧਨ ਤੇ ਫਿਰ ਉਹਨਾਂ ਦਾ ਮਨ ਵਾਹਿਗੁਰੂ ਨਾਲ ਇੱਕਮਿਕ ਹੋ ਗਿਆ। ਉਹੀ ਭਗਤ ਪ੍ਰਵਾਨ ਹਨ। ਸੰਤ ਭਗਤ ਪ੍ਰਵਾਨ ਜੋ ਪ੍ਰਭ ਪਾਇਆ, ਸਹੀ ਬਚਖਣ ਜੰਤ ਜਿਨੀ ਹਰ ਧਿਆਇਆ। ਫਿਰ ਕਹੀਐ ਸੋ, ਉਹੀ ਭਗਤ ਤੇ ਭਗਵੰਤ ਕਹੇ ਜਾਂਦੇ ਨੇ ਜਿਹੜੇ ਵੇਖਣ ਨੂੰ ਦੋ ਹੋਣ ਤੇ ਅੰਦਰੋਂ ਜੋਤ ਉਹਨਾਂ ਦੀ ਇੱਕ ਹੋਵੇ। ਨਾਮਦੇਵ ਜੀ ਨੂੰ ਕਹਿੰਦੇ 72 ਵਾਰ ਵਾਹਿਗੁਰੂ ਜੀ ਦੇ ਦਰਸ਼ਨ ਹੋਏ, ਪਰ ਗੁਰਬਾਣੀ 'ਚ ਲਿਖਿਆ ਕਿ ਨਾਮਦੇਵ ਹਰ ਜੀਉ ਬਸੈ ਸੰਗ, ਹਮੇਸ਼ਾ ਵਾਹਿਗੁਰੂ ਜੀ ਦੇ ਨਾਲ ਰਹਿੰਦੇ ਸਨ। ਇਸੇ ਪ੍ਰਕਾਰ ਧਨ ਫਿਰ ਇਹ ਨਾ ਆਖੀਆਂ ਨਾ, ਧਨ ਨਾਮ ਹੈ ਇਸਤਰੀ ਦਾ। ਇਸਤਰੀ ਦੀ ਤਰ੍ਹਾਂ ਆਪਾਂ ਜਿੰਨੇ ਵੀ ਸਿੱਖ ਗੁਰੂ ਦੇ ਸਿੱਖ ਖਮਾਉਣ ਵਾਲੇ ਹਾਂ, ਕਹਿੰਦੇ ਨੇ ਕੂੜਿਆਰ ਕੂੜਿਆਰੀ ਜਾਏ ਰਲੇ। ਜਿਹੜੇ ਝੂਠੇ ਨੇ ਉਹ ਝੂਠਿਆਂ ਦੀ ਸਭਾ 'ਚ ਜਾ ਕੇ ਰਲ ਕੇ ਬੈਠਦੇ ਨੇ, ਗੁਰਦੁਆਰੇ ਉਹਨਾਂ ਦਾ ਮਨ ਨਹੀਂ ਲੱਗਦਾ। ਪਰ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਜਿਹੜੇ ਸੱਚ ਬੋਲਣ ਵਾਲੇ ਨੇ ਉਹ ਸੱਚ ਨੂੰ ਸੁਣਨਾ ਪਸੰਦ ਕਰਦੇ ਨੇ। ਇਸ ਲਈ ਸਤਸੰਗ ਦੇ ਵਿੱਚ ਆ ਕੇ ਸਮੇਂ ਸਿਰ ਜੁੜ ਕੇ ਬੈਠਦੇ ਹਨ। ਸੋ ਸਿੱਖ ਅਤੇ ਗੁਰੂ ਉਹ ਨਹੀਂ ਕਹੇ ਜਾ ਸਕਦੇ। ਇਕੱਠੇ ਹੋਏ, ਜੋ ਇਕੱਠੇ ਹੋ ਕੇ ਬੈਠ ਜਾਣ ਜਾਂ ਗੁਰੂ ਸਿੱਖ ਨੂੰ ਆਪਣੇ ਪਾਸ ਆਪਣੀ ਪੂਜਾ ਕਰਾਉਣ ਲਈ ਬਿਠਾ ਲਵੇ। ਏਕ ਜੋਤ ਦੋਏ ਮੂਰਤੀ, ਗੁਰੂ ਅਤੇ ਸਿੱਖ ਦੀਆਂ ਦੇਖਣ ਨੂੰ ਸ਼ਕਲਾਂ ਭਾਵੇਂ ਦੋ ਹੋਣ, ਪਰ ਜੋਤ ਭਾਵ ਸਿਧਾਂਤ ਇੱਕ ਪਰਮੇਸ਼ਰ ਦਾ ਦ੍ਰਿੜ ਕਰਦੇ ਹੋਣ। ਜਿਵੇਂ ਭਾਈ ਕਨ੍ਹਈਆ ਜੀ ਦੀ
ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਕੋਲ ਸ਼ਿਕਾਇਤ ਲਾਈ ਕਿ ਅਸੀਂ ਤਲਵਾਰਾਂ ਤੇ ਗੋਲੀਆਂ ਮਾਰ ਕੇ ਮੁਸਲਮਾਨ ਝਟਕਾਉਂਦੇ ਆ ਤੇ ਇਹ ਮਹਾਰਾਜ ਪਤਾ ਨਹੀਂ CID ਵਾਲਾ ਹੈ, ਸਾਡੇ 'ਚ ਘੁਸੜਿਆ ਹੋਇਆ, ਮੁਸਲਮਾਨਾਂ ਦਾ ਬੰਦਾ ਹੈ, ਇਹ ਸਾਰਿਆਂ ਨੂੰ ਪਾਣੀ ਪਿਆ ਕੇ ਫਿਰ ਤਗੜੇ ਕਰਕੇ ਸਾਡੇ ਨਾਲ ਲੜਾਈ ਲਈ ਖੜੇ ਕਰ ਦਿੰਦਾ, ਇਹਨੂੰ ਪੁੱਛੋ। ਮਹਾਰਾਜ ਕਹਿੰਦੇ ਹਾਂ ਭਾਈ ਦੱਸ ਕਨ੍ਹਈਆ, ਤੂੰ ਮੁਸਲਮਾਨਾਂ ਨਾਲ ਰਲਿਆ ਹੋਇਆ, ਕੋਈ ਸੂਈਆ ਤਾਂ ਨਹੀਂ ਗੁਰੂ ਘਰ ਆਇਆ? ਸਿੰਘ ਕਹਿੰਦੇ ਨੇ ਤੇ ਉਹਨੇ ਹੱਥ ਜੋੜੇ, ਗਲ 'ਚ ਪੱਲਾ ਪਿਆ, ਕਹਿੰਦੇ ਮਹਾਰਾਜ ਤੁਸੀਂ ਤਾਂ ਜਾਣਦੇ ਹੋ, ਤੁਸੀਂ ਕਿਉਂ ਪੁੱਛ ਰਹੇ ਹੋ? ਮਹਾਰਾਜ ਕਹਿੰਦੇ ਤੂੰ ਇਹਨਾਂ ਨੂੰ ਤਾਂ ਦੱਸ, ਮੈਂ ਭਾਵੇਂ ਜਾਣਦਾ, ਕੀ ਤੇਰੇ ਮਨ ਦੀ ਭਾਵਨਾ ਹੈ? ਕਹਿੰਦਾ ਜੀ ਜਦ ਵੀ ਕੋਈ ਬੁੱਕ ਕੱਢ ਕੇ ਪਾਣੀ ਮੰਗਦਾ ਤੇ ਮੈਨੂੰ ਇਉਂ ਜਾਪਦਾ ਕਿ ਆਪ ਜੀ ਨੂੰ ਪਿਆਸ ਲੱਗੀ ਹੈ ਤੇ ਪਿਆਸੇ ਆਪ ਜੀ ਹੀ ਮੈਥੋਂ ਪਾਣੀ ਮੰਗ ਰਹੇ ਹੋ। ਹੁਣ ਜਦ ਤੁਸੀਂ ਮੈਥੋਂ ਪਾਣੀ ਮੰਗੋ ਪਿਆਸ ਲੱਗੀ ਤੋਂ, ਕੀ ਮੈਂ ਤੁਹਾਡੀ ਬੁੱਕ 'ਚ ਪਾਣੀ ਨਾ ਪਾਵਾਂ? ਮੈਂ ਕਿਸੇ ਮੁਸਲਮਾਨ ਦੀ ਬੁੱਕ 'ਚ ਪਾਣੀ ਨਹੀਂ ਪਾਉਂਦਾ ਜੀ, ਮੈਂ ਤਾਂ ਤੁਹਾਡੀ ਬੁੱਕ 'ਚ ਪਾਣੀ ਪਾਉਂਦਾ। ਮੈਨੂੰ ਤਾਂ ਸਭਨਾਂ ਦੇ ਵਿੱਚੋਂ ਸਭ ਮੈਂ ਜੋਤ ਜੋਤ ਹੈ ਸੋਏ ਤੇ ਇਸ ਦੇ ਚਾਨਣ ਸਭ ਮੈਂ ਚਾਨਣ। ਮੈਨੂੰ ਗੁਰੂ ਗੋਬਿੰਦ ਸਿੰਘ ਜੀ ਉਹ ਤੁਹਾਡੀ ਜੋਤ ਦੇ ਹੀ ਦਰਸ਼ਨ ਹੁੰਦੇ ਨੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੀਬੀ ਪਤ ਵਰਤਾ ਧਰਮ ਦੇ ਵਿੱਚ ਪਰਪੱਕ ਉਹ ਕਹਾ ਸਕਦੀ ਹੈ ਜਿਹਨੂੰ ਕੋਈ ਮਰਦ ਦਿਖੇ ਹੀ ਨਾ, ਉਹਦੀਆਂ ਅੱਖਾਂ 'ਚ ਆਪਦੇ ਪਤੀ ਦਾ ਹੀ ਸਰੂਪ ਵਸਿਆ ਰਹੇ ਤੇ ਉਹਦੇ ਭਾਣੇ ਸਭ ਬੀਬੀਆਂ ਦੀ ਤਰ੍ਹਾਂ ਹੀ ਵੀ ਸਭ ਸਾਡੇ ਵਰਗੇ ਹਨ। ਤੇ ਇਸ ਤਰੀਕੇ ਦੇ ਨਾਲ ਪਤੀ ਪਰਮੇਸ਼ਰ ਦੇ ਸਭਨਾਂ ਦੇ ਵਿੱਚੋਂ ਦਰਸ਼ਨ ਹੋਣ, ਕੋਈ ਹੋਰ ਸ਼ਕਲ ਸੂਰਤ ਦਿਖੇ ਹੀ ਨਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤੁਸੀਂ ਬਾਣੀ ਸ਼ਾਇਦ ਨਾ ਪੜ੍ਹਦੇ ਹੋ। ਅਕਾਲ ਉਸਤਤ ਦੇ ਵਿੱਚ ਗੁਰੂ ਸਾਹਿਬ ਦਾ ਬਚਨ ਹੈ, ਕਹਿੰਦੇ ਹਿੰਦੂ ਤੁਰਕ ਕੋ ਰਾਫਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਬੋ। ਮਨੁੱਖ ਤਾਂ ਮਨੁੱਖ ਹੈ ਤੇ ਬਣਾਇਆ ਪਰਮਾਤਮਾ ਨੇ, ਇਹ ਨਹੀਂ ਵੀ ਹਿੰਦੂ ਮੈਂ ਬਣਾਇਆ ਤੇ ਮੁਸਲਮਾਨ ਤੁਸੀਂ ਬਣਾਏ ਤੇ ਸਿੱਖ ਰੱਬ ਨੇ ਬਣਾਏ ਨੇ। ਕੱਲੇ ਸਿੱਖ ਹੀ ਰੱਬ ਦੇ ਬੰਦੇ ਨਹੀਂ ਵੀ ਆਪਾਂ ਹੀ ਨਿਹੰਗ, ਆਪਾਂ ਹੀ ਪ੍ਰਧਾਨ, ਸਾਰੇ ਹੀ ਪ੍ਰਧਾਨ ਨੇ। ਆਮ ਬੰਦਾ ਵੀ ਰੱਬ ਨੇ ਬਣਾਇਆ, ਉਹਦੀ ਵੀ ਰਿਸਪੈਕਟ ਕਰੋ। ਜੇ ਬੀਬੀ ਹੈ ਤਾਂ ਵੀ ਰੱਬ ਨੇ ਬਣਾਈ ਹੈ, ਉਹਦਾ ਵੀ ਸਤਿਕਾਰ ਕਰੋ। ਜੇ ਕੋਈ ਬੱਚਾ ਜਾਂ ਬਜ਼ੁਰਗ ਹੈ ਉਹ ਵੀ ਰੱਬ ਦਾ ਬੰਦਾ, ਕੋਈ ਹਿੰਦੂ ਹੈ ਕੋਈ ਵੀ ਹੈ ਉਹ ਪ੍ਰਮਾਤਮਾ ਦਾ ਹੈ। ਤੋ ਜਿਹੜੇ ਮਹਾਰਾਜ ਦੀ ਮਰਿਆਦਾ ਚਾਹੁੰਦੇ ਨੇ ਉਹਨਾਂ ਦੇ ਨਾਲ ਆਪਾਂ ਮਿਲ ਵਰਤ ਰੱਖਣਾ ਤੇ ਬਾਕੀ ਜਾਤੀ ਤੌਰ ਤੇ ਕਿਸੇ ਨਾਲ ਈਰਖਾ ਨਹੀਂ ਕਰਨੀ, ਵੈਰ ਵਿਰੋਧ ਨਹੀਂ ਕਰਨਾ, ਕਿਉਂਕਿ ਗੁਰੂ ਦਾ ਸਿੱਖ ਉਹ ਹੈ ਜਿਹੜਾ ਮਨ ਦੇ ਵਿੱਚੋਂ ਵੈਰ ਵਿਰੋਧ ਮਿਟਾ ਦੇਵੇ। ਜੇ ਤਾਂ ਮਿਟ ਗਿਆ ਫਿਰ ਤਾਂ ਸਮਝ ਲਓ ਕੀਰਤਨ ਤੇ ਕਥਾ ਸੁਣੀ, ਜੇ ਨਹੀਂ ਮਿਟਿਆ ਤੇ ਸਮਝ ਲਓ ਆਏ ਨਾ ਇੱਕ ਬਰਾਬਰ। ਕਿਉਂਕਿ ਸਾਹਿਬਾਂ ਨੇ ਲਿਖ ਕੇ ਸਮਝਾਇਆ, ਵੈਰ ਵਿਰੋਧ ਮਿਟੈ ਤੇ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੁਣਦੇ। ਜਿਹੜੇ ਗੁਰਮੁਖ ਬਣ ਕੇ ਕੀਰਤਨ ਸੁਣਦੇ ਨੇ ਉਹਨਾਂ ਦੇ ਮਨ ਵਿੱਚੋਂ ਵੈਰ ਵਿਰੋਧ ਮਿਟ ਜਾਂਦਾ। ਜੇ ਨਹੀਂ ਮਿਟਿਆ ਸਮਝ ਲਓ ਸੁਣਿਆ ਨਹੀਂ ਹੈ। ਐਨੇ ਇਕੱਠੇ ਹੋਏ ਗੁਰੂ ਦੀ ਗੋਦ ਵਿੱਚ ਮਹਾਰਾਜ ਦੀ ਹਜ਼ੂਰੀ 'ਚ ਬੈਠਣ ਦਾ ਨਾਮ ਹੀ ਗੁਰੂ ਤੇ ਸਿੱਖ ਨਹੀਂ ਹੈ। ਏਕ ਜੋਤ ਦੋਏ ਮੂਰਤੀ, ਜੋਤ ਆਚਾਰ ਤੇ ਵਿਚਾਰ ਗੁਰੂ ਦੇ ਸ਼ਬਦ ਨਾਲ ਮਿਲਣੇ ਚਾਹੀਦੇ ਨੇ। ਜੋ ਸਾਹਿਬ ਬਾਣੀ ਵਿੱਚ ਫਰਮਾਉਂਦੇ ਨੇ ਉਹ ਸਾਡੇ ਮਨ ਦੇ ਵਿੱਚ ਉਪਦੇਸ਼ ਵਸਣਾ ਚਾਹੀਦਾ, ਤਾਂ ਹੀ ਆਪਾਂ ਗੁਰੂ ਦੇ ਸਿੱਖ ਕਹਾ ਸਕਦੇ ਹਾਂ। ਸਿੱਖ ਦਾੜੇ ਕੇਸਾਂ ਦੇ ਨਾਲ ਜਾਂ ਦਸਤਾਰ ਨਾਲ ਜਾਂ ਚੋਲੇ ਜਾਂ ਗਾਤਰੇ ਨਾਲ ਨਹੀਂ ਬੰਦਾ ਬਣਦਾ। ਸਿੱਖ ਸਿੱਖਿਆ ਲੈਣ ਵਾਲੇ ਦਾ ਨਾਮ ਹੈ। ਜੇ ਸਿੱਖਿਆ ਲੈ ਕੇ ਉਹਨੂੰ ਮੰਨਿਆ ਨਹੀਂ, ਉਹਨੂੰ ਕਮਾਇਆ ਨਹੀਂ ਤੇ ਉਹ ਸਿੱਖ ਨਹੀਂ ਕਹਾ ਸਕਦਾ। ਕਿਉਂਕਿ ਸਟੂਡੈਂਟ ਤਾਂ ਉਹੀ ਹੈ ਜਿਹੜਾ ਲੈਸਨ ਲੈ ਕੇ ਤੇ ਲੈਸਨ ਨੂੰ ਜ਼ਬਾਨੀ ਯਾਦ ਕਰਕੇ ਤੇ ਪੇਪਰਾਂ ਦੇ ਵਿੱਚੋਂ ਪਾਸ ਹੋਵੇ। ਉਹ ਸਟੂਡੈਂਟ ਕਾਹਦਾ ਜਿਹਨੇ ਟੀਚਰ ਦਾ ਲੈਕਚਰ ਹੀ ਨਹੀਂ ਸੁਣਿਆ ਔਰ ਉਹਨੂੰ ਯਾਦ ਕਰਕੇ ਤੇ ਪੇਪਰਾਂ 'ਚੋਂ ਪਾਸ ਹੀ ਨਹੀਂ ਹੋਇਆ। ਤੇ ਇਸ ਵਾਸਤੇ ਸਿੱਖੀ ਸਿੱਖਿਆ ਗੁਰ ਵਿਚਾਰ, ਜੋ ਗੁਰੂ ਨੇ ਵਿਚਾਰ ਦਿੱਤੀ ਹੈ ਉਹਨੂੰ ਜਿਹਨੇ ਸਿੱਖ ਲਿਆ ਸੋ ਸਿੱਖ ਹੈ। ਲਿਬਾਸ ਦਾ ਨਾਮ ਸਿੱਖ ਨਹੀਂ। ਖਿਆਲ ਕਰਨਾ, ਸਿੱਖ ਜੰਮਦਾ ਨਹੀਂ, ਸਿੱਖ ਬਣਦਾ ਹੈ। ਜੰਮਦਾ ਕੋਈ ਸਿੱਖ ਨਹੀਂ ਹੈ। ਗੁਰੂ ਗੋਬਿੰਦ ਸਿੰਘ ਤੋਂ ਨਾ ਆਪਾਂ ਵੱਡੇ ਨਹੀਂ ਆ, ਜੇ ਵੱਡੇ ਆ ਤਾਂ ਦੱਸੋ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਚਿਰ ਆਪਣੇ ਨਾਮ ਦੇ ਨਾਲ ਸਿੰਘ ਨਹੀਂ ਲਵਾਇਆ ਜਿੰਨਾ ਚਿਰ ਅੰਮ੍ਰਿਤ ਨਹੀਂ ਛਕ ਲਿਆ। ਸਿਰ ਅਸੀਂ ਰੱਖਿਆ ਨਹੀਂ, ਦਸਤਾਰ ਸਾਡੇ ਸਿਰ ਉੱਪਰ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਨਾ ਸਾਡਾ ਸਿੰਘ ਹੈ ਤੇ ਮੋਟਰਸਾਈਕਲ ਦੀ ਪਲੇਟ ਤੇ ਲਿਖਿਆ ਵੀ ਜੱਟਾਂ ਦੇ ਮੁੰਡੇ। ਦੱਸੋ
ਇਹ ਗੱਲ ਦਾ ਜਵਾਬ ਦਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ 'ਚ ਰਾਏ ਰਹੇ ਨੇ ਜਿੰਨਾ ਚਿਰ ਅੰਮ੍ਰਿਤਧਾਰੀ ਨਹੀਂ ਹੋਏ। ਤੋ ਇਸ ਵਾਸਤੇ ਜੇ ਗੁਰੂ ਦੀ ਸਿੱਖਿਆ ਮੰਨ ਲਵਾਂਗੇ ਤਾਂ ਹੀ ਮਹਾਰਾਜ ਕਹਿੰਦੇ ਗੁਰੂ ਤੇ ਸਿੱਖ ਦਾ ਰਿਸ਼ਤਾ ਜੁੜ ਸਕਦਾ ਹੈ, ਵਰਨਾ ਇਕੱਠੇ ਬਹਿਣ ਦਾ ਨਾਮ ਨਹੀਂ ਹੈ। ਏਕ ਜੋਤ ਦੋਏ ਮੂਰਤੀ, ਜੋਤ ਇੱਕ ਹੋਵੇ, ਮੂਰਤਾਂ ਭਾਵੇਂ ਦੋ ਹੋਣ। ਮਹਾਰਾਜ ਨੇ 10 ਲੱਖ ਦੇ ਇਕੱਠ ਦੇ ਵਿੱਚੋਂ ਜਾਂ ਸਰਕਾਰੀ ਰਿਪੋਰਟ 2.5 ਲੱਖ ਦੀ ਸਿਰਫ 5 ਸਿੱਖ ਕੱਢੇ ਸੀ। ਆਖਿਆ ਵੀ ਇਹ ਪ੍ਰਮਾਣ ਹਨ, ਪੰਚ ਪ੍ਰਮਾਣ ਪੰਚ ਪ੍ਰਧਾਨ। ਗੁਰੂ ਘਰ ਦੇ ਵਿੱਚ ਕੁਆਂਟੀਟੀ ਨਹੀਂ ਕੁਆਲਿਟੀ ਦੀ ਪਰਖ ਕੀਤੀ ਜਾਂਦੀ ਹੈ, ਕਿਉਂਕਿ ਇਹ ਸੁਨਿਆਰੀ ਦੀ ਦੁਕਾਨ। ਸੁਨਿਆਰੀ ਦੀ ਦੁਕਾਨ ਤੇ ਗਹਿਣਾ ਨਹੀਂ ਵੇਖਿਆ ਜਾਂਦਾ, ਲਿਸ਼ਕ ਪੁਸ਼ਕ ਨਹੀਂ, ਉਹਦੇ ਵਿੱਚ ਕੈਰਟ ਵੀ ਸੋਨਾ ਕਿੰਨਾ ਹੈ, 24 ਕੈਰਟ ਦਾ, 22 ਕੈਰਟ ਦਾ ਜਾਂ 23 ਕੈਰਟ ਦਾ ਮਿਲਾਵਟ ਕੱਢ ਦਿੱਤੀ ਜਾਂਦੀ ਹੈ। ਇੰਜ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਗੁਰੂ ਤੇ ਸਿੱਖ ਦਾ ਰਿਸ਼ਤਾ ਸ਼ਬਦ ਦੇ ਧਾਰਨ ਕਰਨ ਦੇ ਨਾਲ ਜੁੜਦਾ ਹੈ। ਧੰਨ ਬਿਰ ਕਹੀਐ ਸੋਇ, ਉਹੀ ਗੁਰੂ ਦਾ ਸਿੱਖ ਆ ਸਕਦਾ ਜਿਹੜਾ ਸ਼ਬਦ ਦੇ ਸਿਧਾਂਤ ਨੂੰ ਅਪਣਾ ਲਵੇ। ਜਿਹਦੇ ਸਿਧਾਂਤ ਨਹੀਂ, ਜਿਹਦਾ ਪ੍ਰਿੰਸੀਪਲ ਨਹੀਂ, ਕੋਈ ਮਰਿਆਦਾ ਨਹੀਂ, ਕੋਈ ਰਹਿਤ ਨਹੀਂ, ਉਹ ਸਿੱਖ ਨਹੀਂ ਹੈ। ਔੜੀ ਭੈ ਬਿਨ ਭਗਤ ਨਾ ਹੋਵਈ, ਜਿੱਥੋਂ ਗੱਲ ਚੱਲੀ ਸੀ ਉੱਥੇ ਹੀ ਮੁਕਾਉਂਦੇ ਨੇ। ਸਮਝ ਲਓ ਕਿ ਸ਼ਬਦ ਦਾ ਟੀਕਾ ਕਰਦੇ ਨੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਕਿ ਪਰਮੇਸ਼ਰ ਦੇ ਡਰ ਧਾਰੇ ਤੋਂ ਬਿਨਾ ਉਹਦੀ ਪ੍ਰੇਮਾ ਭਗਤੀ ਨਹੀਂ ਹੋ ਸਕਦੀ ਹੈ। ਨਾਮ ਨਾ ਲੱਗਾ ਪਿਆਰ, ਔਰ ਉਹਦੇ ਨਾਮ ਦੇ ਵਿੱਚ ਪ੍ਰੇਮ ਨਹੀਂ ਲੱਗਦਾ। ਸਤਿਗੁਰ ਮਿਲਿਆ ਭਾਉ ਭਜੈ, ਸਤਿਗੁਰਾਂ ਦੇ ਨਾਲ ਮਿਲਣ ਕਰਕੇ ਹੀ ਹਰੀ ਦਾ ਡਰ ਹਿਰਦੇ ਵਿੱਚ ਪੈਦਾ ਹੁੰਦਾ ਹੈ। ਭਾਈ ਰੰਗ ਸਵਾਰ, ਡਰ ਦੇ ਸੰਯੁਕਤ ਹੋ ਕੇ ਪ੍ਰੇਮ ਦਾ ਰੰਗ ਚੜ੍ਹਦਾ ਤੇ ਹਰੀ ਦੀ ਪ੍ਰਾਪਤੀ ਦਾ ਆਨੰਦ ਸੰਵਾਰ ਲਈਦਾ, ਭਾਵ ਹਰੀ ਦਾ ਬ੍ਰਹਮਾਨੰਦ ਪ੍ਰਾਪਤ ਹੋ ਜਾਂਦਾ। ਪਰਮੇਸ਼ਰ ਦੇ ਭੈ ਤੇ ਪ੍ਰੇਮ ਦੇ ਸੰਯੁਕਤ ਹੋ ਕੇ ਭਗਤੀ ਦਾ ਰੰਗ ਸੰਵਾਰ ਲਈਦਾ ਹੈ। ਮਨ ਰਤਾ ਰੰਗ ਸਿਆ, ਫਿਰ ਭਗਤੀ ਦੇ ਰੰਗ ਦੁਆਰਾ ਹੰਗਤਾ ਮਮਤਾ ਅਤੇ ਪਦਾਰਥਾਂ ਦੀ ਜਿਹੜੀ ਪ੍ਰਾਪਤੀ ਦੀ ਪ੍ਰਬਲ ਇੱਛਾ ਹੈ, ਮੈਂ ਤ੍ਰਿਸ਼ਨਾ ਮਾਰ, ਇਹ ਹਉਮੈ ਤੇ ਤ੍ਰਿਸ਼ਨਾ ਨੂੰ ਮਾਰ ਲਈਦਾ ਤੇ ਤਨ ਸਰੀਰ ਤੇ ਮਨ ਹਿਰਦਾ ਭਗਤੀ ਰੰਗ ਪ੍ਰੇਮ ਰੰਗ ਨਾਲ ਰੰਗਿਆ ਜਾਂਦਾ ਹੈ। ਮਨ ਦਾਨ ਨਿਰਮਲ ਆਤ ਸੋਹਣਾ, ਉਹਦਾ ਮਨ ਹਿਰਦਾ ਤੇ ਤਨ ਜਿਹੜਾ ਸਰੀਰ ਹੈ ਇਹ ਵੀ ਉਜਲ ਤੇ ਸੋਹਣਾ ਸੁੰਦਰ ਹੈ। ਸੇਈ ਸੁੰਦਰ ਸੋਹਣ ਸਾਧ ਸੰਗ ਜਿਨ ਬਹਿਣ, ਹਰ ਧਨ ਜਿਨੀ ਸੰਜਿਆ ਸੇਈ ਗੰਭੀਰ ਅਪਾਰ ਜੀਓ। ਕ੍ਰਿਸ਼ਨ ਮੁਰਾਰ, ਜਿਨ੍ਹਾਂ ਨੂੰ ਮੁਰ ਦੈਂਤ ਮੁਰ ਹੰਕਾਰ ਰੂਪੀ ਦੈਨ ਦਾ ਵੈਰੀ ਕ੍ਰਿਸ਼ਨ ਭਾਵ ਪਰਮੇਸ਼ਰ ਮਿਲਿਆ ਹੈ। ਭਾਉ ਭਾਉ ਸਭ ਦਿਸਦਾ, ਇਹ ਭੈ ਤੇ ਪ੍ਰੇਮ ਸਾਰਾ ਉਸ ਪਰਮੇਸ਼ਰ ਦਾ ਹੀ ਬਖਸ਼ਿਸ਼ ਕੀਤਾ ਹੋਇਆ। ਜਿਹਨੂੰ ਬਖਸ਼ਦਾ ਹੈ ਉਹੀ ਪ੍ਰਾਪਤ ਕਰਦਾ। ਉਹ ਸੱਚ ਵਰਤੈ ਸੰਸਾਰ, ਉਹ ਸੱਚਾ ਹਰੀ ਆਪ ਹੀ ਸਾਰੇ ਸੰਸਾਰ ਵਿੱਚ ਵਰਤ ਰਿਹਾ ਹੈ। ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਾ ਖਿਮਾ ਕਰਨੀ ਆ, ਅੱਗੇ ਤੋਂ ਸਮਤ ਬਖਸ਼ਣੀ। ਮਨ ਤਨ ਨਿਰਮਲ ਆਤ ਸੋਹਣਾ, ਭੇਟਿਆ ਕ੍ਰਿਸ਼ਨ ਮੁਰਾਰ, ਭਾਉ ਸਭ ਤਿਸ ਦਾ, ਸੋ ਸਚ ਵਰਤ ਸੰਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।